ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਵੇਖਮ ਨਦੀ ਜਾਏ ਤਰਨੀ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸੰਤ ਮੁਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਵਹੁ ਸਾਕਤ ਬਾਪੁਰੇ, ਜੋ ਹਾਟੈ ਹਾਟ ਬਿਕਾਏ। ਕਬੀਰ ਸਾਕਤ ਐਸਾ ਹੈ, ਜੈਸੀ ਲਸਣ ਕੀ ਖਾਨ। ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਧਾਨ। ਕਬੀਰ ਸੰਤ ਮੁਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਗੁਰ ਸੰਗਤ ਅਤੇ ਗੁਰਬਾਣੀ ਦੀ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਗੁਰੂ ਦੀ ਸੰਗਤ ਕਿਲਾ ਹੈ। ਸਤਿਗੁਰੂ ਦੀ ਬਾਣੀ ਇੱਕ ਹਥਿਆਰ ਹੈ। ਜਿਸ ਮਨੁੱਖ ਦੇ ਕੋਲ ਤਨ ਦੀ ਰੱਖਿਆ ਵਾਸਤੇ ਪੂਰਾ ਇੰਤਜ਼ਾਮ ਹੋਵੇ, ਦੁਸ਼ਮਣ ਦੇ ਨਾਲ ਲੜਨ ਵਾਸਤੇ ਵਧੀਆ ਹਥਿਆਰ ਹੋਵੇ, ਉਹ ਕਦੀ ਹਾਰਦਾ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਪਰਉਪਕਾਰ ਕੀਤਾ ਹੈ। ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਸਨ, ਉਸ ਵੇਲੇ ਸ਼੍ਰੀ ਮੁੱਖ ਵਾਕ ਬਾਣੀ ਦੇ ਨਾਲ ਨਾਲ ਉਹਨਾਂ ਭਗਤਾਂ ਦੀ, ਮਹਾਂਪੁਰਖਾਂ ਦੀ ਬਾਣੀ ਵੀ ਸੰਪਾਦਿਤ ਕੀਤੀ, ਜੋ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ। ਉਹਨਾਂ ਦਾ ਭਾਵੇਂ ਕਿਸੇ ਜਾਤ ਪਾਤ ਧਰਮ ਫਿਰਕੇ ਨਾਲ ਸੰਬੰਧ ਸੀ, ਇਹਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਫਰਕ ਨਹੀਂ ਰੱਖਿਆ। ਸਾਰੇ ਮਹਾਂਪੁਰਖਾਂ ਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਬਰਾਬਰ ਦਾ ਸਥਾਨ ਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਉਹਨਾਂ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਸੰਤ ਕਬੀਰ ਜੀ ਹੋਏ ਹਨ। ਉਹਨਾਂ ਦੀ ਪਾਵਨ ਬਾਣੀ ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। 15 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ। ਅੱਗੇ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ
ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਇਸ ਸ਼ਲੋਕ ਦੀ ਉਥਾਨਕਾ ਇਸ ਪ੍ਰਕਾਰ ਹੈ। ਸਵਾਮੀ ਰਾਮਾਨੰਦ ਜੀ ਜੋ ਭਗਤ ਕਬੀਰ ਜੀ ਦੇ ਗੁਰੂ ਸਨ, ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਸ਼ਰਧਾਲੂ, ਉਹਨਾਂ ਦੇ ਸੇਵਕ ਰੋਣ ਲੱਗ ਪਏ। ਭਗਤ ਕਬੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ, ਸਾਡੇ ਗੁਰੂ ਸਵਾਮੀ ਰਾਮਾਨੰਦ ਜੀ ਚਲਾਣਾ ਕਰ ਗਏ। ਉਹ ਵੀ ਪਹੁੰਚੇ ਹਨ। ਜਿਹੜੇ ਸ਼ਰਧਾਲੂ ਰੋ ਰਹੇ ਸਨ, ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਕੀ ਆਖਦੇ ਨੇ? ਕਬੀਰ ਸੰਤ ਮੂਏ ਕਿਆ ਰੋਈਐ, ਜੇ ਕੋਈ ਰੱਬ ਦਾ ਪਿਆਰਾ ਸੰਤ ਮਹਾਂਪੁਰਖ ਚਲਾਣਾ ਕਰ ਜਾਵੇ, ਉਸ ਤੋਂ ਬਾਅਦ ਉਹਨੂੰ ਯਾਦ ਕਰਕੇ ਰੋਣਾ ਨਹੀਂ ਚਾਹੀਦਾ, ਅਫਸੋਸ ਨਹੀਂ ਕਰਨਾ ਚਾਹੀਦਾ, ਕੋਈ ਸ਼ੋਕ ਨਹੀਂ ਪ੍ਰਗਟਾਉਣਾ ਚਾਹੀਦਾ। ਕਿਉਂ? ਜੋ ਆਪਣੇ ਗ੍ਰਹਿ ਜਾਏ, ਉਹ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਸੰਸਾਰ ਵਿੱਚ ਆਉਂਦੇ ਹਨ। ਉਹਦੇ ਸੱਦੇ 'ਤੇ ਆਪਣੇ ਘਰ ਚਲੇ ਜਾਂਦੇ ਹਨ। ਰੱਬ ਦਾ ਘਰ ਹੀ ਉਹਨਾਂ ਦਾ ਆਪਣਾ ਘਰ ਹੁੰਦਾ। ਉਹ ਆਪਣੇ ਘਰੇ ਚਲੇ ਜਾਂਦੇ ਹਨ। ਉਹਨਾਂ ਨੂੰ ਰੋਣ ਦੀ ਭਲਾ ਕੀ ਲੋੜ ਹੈ? ਜਪਜੀ ਸਾਹਿਬ ਬਾਣੀ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 5 ਖੰਡਾਂ ਦਾ ਜ਼ਿਕਰ ਕੀਤਾ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ। ਸੱਚਖੰਡ ਉਹ ਅਸਥਾਨ ਹੈ, ਸੱਚਖੰਡ ਵਸੈ ਨਿਰੰਕਾਰ, ਜਿੱਥੇ ਪਰਮੇਸ਼ਰ ਵਸਦਾ। ਕਰਮਖੰਡ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਜਿਹੜੇ ਸੰਤ ਭਗਤ ਮਹਾਂਪੁਰਖ ਅਵਤਾਰ ਨੇ, ਉਹਨਾਂ ਦਾ ਟਿਕਾਣਾ ਹੈ। ਇਸ ਲਈ ਉਹ ਮਹਾਂਪੁਰਖ ਵਾਹਿਗੁਰੂ ਦੇ ਭੇਜੇ ਸੰਸਾਰ ਵਿੱਚ ਆਉਂਦੇ ਹਨ। ਉਹਦੇ ਸੱਦੇ 'ਤੇ ਵਾਹਿਗੁਰੂ ਦੇ ਪਾਸ ਚਲੇ ਜਾਂਦੇ ਹਨ। ਉਹਨਾਂ ਦੇ ਲਈ ਰੋਣਾ, ਉਹਨਾਂ ਲਈ ਪਛਤਾਉਣਾ, ਉਹਨਾਂ ਲਈ ਅਫਸੋਸ ਕਰਨਾ ਯੋਗ ਨਹੀਂ ਹੈ। ਰੋਵੋ ਸਾਕਤ ਬਾਪੁਰੇ, ਜੋ ਹਾਟੈ ਹਾਟ ਬਿਕਾਏ। ਲੋ ਭਗਤ ਜੀ ਫਰਮਾਉਂਦੇ ਨੇ, ਭਾਈ ਜੇ ਤੁਸੀਂ ਰੋਣਾ ਹੀ ਹੈ, ਫਿਰ ਉਹਨਾਂ ਸਾਕਤ ਪੁਰਸ਼ਾਂ ਨੂੰ ਰੋਵੋ। ਸੰਤ ਉਹ ਹੈ ਜਿਹੜਾ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਅਨੰਤ ਅੰਤਰ ਨਹੀਂ। ਐਸੇ ਮਹਾਂਪੁਰਖ, ਉਹਨਾਂ ਦੇ ਮੁਕਾਬਲੇ 'ਤੇ ਸਾਕਤ ਵੀ ਨੇ। ਸਾਕਤ ਉਹ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਜਾਂ ਸਾਕਤ ਦਾ ਅਰਥ ਜਿਹੜੇ ਸ਼ਕਤੀ ਦੇ ਉਪਾਸ਼ਕ ਨੇ। ਸੰਤ ਵਾਹਿਗੁਰੂ ਦੇ ਉਪਾਸ਼ਕ ਨੇ, ਸਾਕਤ ਮਾਇਆ ਦੇ ਉਪਾਸ਼ਕ ਨੇ। ਭਗਤ ਕਬੀਰ ਜੀ ਫਰਮਾਉਂਦੇ ਹਨ, ਜੇ ਤੁਸੀਂ ਰੋਣਾ ਹੀ ਹੈ, ਰੋਵੋ ਸਾਕਤ ਬਾਪਰੇ। ਉਸ ਵਿਚਾਰੇ, ਉਸ ਕਰਮਾਂ ਦੇ ਮਾਰੇ ਸਾਕਤ ਨੂੰ ਰੋਵੋ, ਜੋ ਹੱਟ ਹੈ ਹਾਟ ਬਕਾਏ, ਜਿਹੜਾ ਹੱਟ ਹੱਟ 'ਤੇ ਵਿਕਦਾ ਫਿਰਦਾ। ਇਹਦਾ ਮਤਲਬ ਇਹ ਹੈ, ਜਿਹੜਾ ਹੱਟ ਹੱਟ 'ਤੇ ਵਿਕਦਾ ਫਿਰੇ, ਉਹਨੂੰ ਕੋਈ ਚੰਗਾ ਨਹੀਂ ਸਮਝਦਾ। ਪੁਰਾਣੇ ਸਮੇਂ ਵਿੱਚ ਆਦਮ ਫਰੋਸ਼ ਮੰਡੀਆਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਇਸਤਰੀਆਂ ਪੁਰਸ਼ਾਂ ਦੀਆਂ ਬੋਲੀਆਂ ਲੱਗਦੀਆਂ, ਉਹਨਾਂ ਨੂੰ ਖਰੀਦਿਆ ਜਾਂਦਾ ਸੀ। ਜਿਵੇਂ ਤੁਸੀਂ ਸੁਣਿਆ ਹੈ, ਜਦੋਂ ਵਿਦੇਸ਼ੀ ਹਮਲਾਵਰ ਹਿੰਦੁਸਤਾਨ 'ਤੇ ਚੜ੍ਹ ਕੇ ਆਉਂਦੇ ਸਨ, ਤਾਂ ਉਹ ਛੋਟੀ ਉਮਰ ਦੇ
ਬੱਚਿਆਂ ਨੂੰ, ਬੀਬੀਆਂ ਨੂੰ ਆਪਣੇ ਨਾਲ ਲੈ ਜਾਂਦੇ। ਫਿਰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਵਿੱਚ ਵੇਚ ਦਿੰਦੇ ਸਨ। ਇਹ ਵੀ ਇੱਕ ਇਤਿਹਾਸਕ ਤੱਥ ਹਨ। ਜਿਹੜੇ ਹੱਟ 'ਤੇ ਵਿਕਦੇ ਨੇ ਉਹਨਾਂ ਦੀ ਕੋਈ ਕਦਰ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜੇ ਸਾਖਤ ਪੁਰਸ਼ ਨੇ, ਜਿਨ੍ਹਾਂ ਦਾ ਇੱਕ ਗੁਰੂ ਤੇ ਪਰਮੇਸ਼ਰ 'ਤੇ ਭਰੋਸਾ ਨਹੀਂ ਹੈ, ਕਦੇ ਕਿਸੇ ਸੰਤ ਕੋਲ, ਕਦੇ ਕਿਸੇ ਸਾਧ ਕੋਲ, ਕਦੇ ਕਿਸੇ ਪਖੰਡੀ ਦੇ ਕੋਲ ਜਾ ਕੇ ਵਿਕਦੇ ਫਿਰਦੇ ਨੇ, ਆਪਣੇ ਜ਼ਮੀਰ ਨੂੰ ਵੇਚਦੇ ਨੇ। ਜੇ ਕੋਈ ਇਹੋ ਜਿਹਾ ਬੰਦਾ ਮਰ ਜਾਵੇ ਮਾੜੇ ਕਰਮਾਂ ਵਾਲਾ, ਉਹਨੂੰ ਯਾਦ ਕਰਕੇ ਰੋਵੋ, ਕਿਉਂ? ਉਹਦੀ ਰੂਹ ਭਟਕਦੀ ਰਹਿੰਦੀ ਹੈ, ਉਹਨੂੰ 84 ਵਿੱਚ ਭਰਮਣਾ ਪੈਂਦਾ। ਜੇ ਰੋਣਾ ਤਾਂ ਸਾਕਤ ਨੂੰ ਰੋਵੋ, ਜਿਹੜਾ ਹੱਟ 'ਤੇ ਵਿਕਦਾ ਫਿਰਦਾ ਹੈ। ਕਬੀਰ ਸਾਕਤ ਐਸਾ ਹੈ, ਜੈਸੀ ਲਸਣ ਕੀ ਖਾਨ। ਸਾਕਤ ਪੁਰਸ਼ ਚਾਹੇ ਕਿੰਨਾ ਵੀ ਲੁਕਣਾ ਚਾਹੇ, ਲੁਕ ਨਹੀਂ ਸਕਦਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਉਹ ਆਪਣੀ ਕਰਤੂਤ ਦੇ ਨਾਲ, ਆਪਣੀ ਆਦਤ ਦੇ ਨਾਲ, ਆਪਣੇ ਸੁਭਾਅ ਦੇ ਨਾਲ ਪ੍ਰਗਟ ਹੋ ਹੀ ਜਾਂਦਾ ਹੈ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਸਾਖਤ ਪੁਰਸ਼ ਤੇ ਐਸਾ ਹੈ, ਜੈਸੀ ਲਸਣ ਕੀ ਖਾਣ। ਜਿਵੇਂ ਲਸਣ ਦੀ ਖਾਣ ਦਾ ਅਰਥ ਹੈ ਕੋਈ ਕੋਠੀ ਭਰੀ ਹੋਈ ਹੋਵੇ। ਜਿਹੜੇ ਜ਼ਿਮੀਂਦਾਰ ਨੇ, ਜਿਹੜੇ ਲਸਣ ਦੀ ਫਸਲ ਬੀਜਦੇ ਨੇ, ਜਦੋਂ ਲਸਣ ਪੱਕ ਜਾਂਦਾ ਹੈ, ਫਿਰ ਉਸ ਲਸਣ ਨੂੰ ਪੱਟ ਕੇ ਆਪਣੇ ਘਰਾਂ ਦੇ ਵਿੱਚ ਇੱਕ ਅਲੱਗ ਕੋਠੜੀ ਬਣਾ ਕੇ ਉਹਦੇ ਵਿੱਚ ਰੱਖਦੇ ਸਨ। ਜਿੱਥੇ ਉਹਨਾਂ ਨੇ ਸੌਣਾ ਹੋਵੇ, ਰਹਿਣਾ ਹੋਵੇ, ਉੱਥੇ ਨਹੀਂ ਸੀ ਰੱਖਦੇ। ਕਿਉਂ? ਉਹਦੇ ਵਿੱਚੋਂ ਦੁਰਗੰਧ ਆਉਂਦੀ ਸੀ, ਉਹਦੇ ਵਿੱਚੋਂ ਸਮੈਲ ਆਉਂਦੀ ਸੀ। ਇਸ ਵਾਸਤੇ ਭਗਤ ਜੀ ਕਹਿੰਦੇ ਨੇ, ਜਿਹੜਾ ਸਾਕਤ ਪੁਰਸ਼ ਤੇ ਐਸਾ ਹੈ, ਜਿਵੇਂ ਲਸਣ ਦੀ ਭਰੀ ਹੋਈ ਕੋਈ ਕੋਠੀ ਹੋਵੇ। ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਦਾਨ। ਤੇ ਜਾਂ ਦੂਜਾ ਖਾਣ ਦਾ ਅਰਥ ਪ੍ਰਾਚੀਨ ਵਿਦਵਾਨਾਂ ਨੇ ਖਾਣ ਵਾਲੀ ਚੀਜ਼, ਭਾਵ ਜਿਵੇਂ ਕੋਈ ਲਸਣ ਦੀ ਚਟਨੀ ਬਣਾ ਕੇ ਉਸ ਨੂੰ ਤੜਕਾ ਲਾ ਕੇ ਖਾਂਦਾ ਹੈ, ਉਹਦੀ ਵੀ ਸਮੈਲ ਦੂਰ ਦੂਰ ਤੱਕ ਜਾਂਦੀ ਹੈ। ਖਾਣ ਦਾ ਅਰਥ ਖਾਣ ਵਾਲੀ ਚੀਜ਼, ਚਟਨੀ ਵੀ ਕੀਤਾ। ਸਾਕਤ ਪੁਰਸ਼ ਐਸਾ ਹੈ, ਜਿਵੇਂ ਕੋਈ ਲਸਣ ਦੀ ਚਟਨੀ ਬਣਾ ਕੇ ਉਸ ਦਾ ਤੜਕਾ ਲਾ ਕੇ ਖਾਂਦਾ ਹੈ, ਚਾਹੇ ਉਹ ਕੋਨੇ ਵਿੱਚ ਵੀ ਬੈਠ ਕੇ ਖਾਵੇ, ਭਾਵ ਕਿਧਰੇ ਲੁਕ ਕੇ ਵੀ, ਗੁਪਤ ਰੂਪ ਦੇ ਵਿੱਚ ਉਸ ਨੂੰ ਖਾਵੇ। ਪ੍ਰਗਟ ਹੋਏ ਨਿਦਾਨ, ਓੜਕ ਨੂੰ ਤਾਂ ਉਹ ਪ੍ਰਗਟ ਹੋ ਹੀ ਜਾਂਦਾ ਹੈ, ਕਿਉਂਕਿ ਲਸਣ ਦੀ ਦੁਰਗੰਧ, ਉਹਦੀ ਵਾਸ਼ਨਾ ਦੂਰ ਦੂਰ ਤੱਕ ਆਉਂਦੀ ਹੈ ਅਤੇ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਸਾਕਤ ਪੁਰਸ਼ ਦੀਆਂ ਜਿਹੜੀਆਂ ਮਾੜੀਆਂ ਵਹਿਬਤਾਂ ਹੁੰਦੀਆਂ ਨੇ, ਝੂਠ ਬੋਲਣਾ, ਨਸ਼ਿਆਂ ਵਿਸ਼ਿਆਂ ਨੂੰ ਭੋਗਣਾ, ਸ਼ਰਾਬ ਕਬਾਬ, ਦੁਰਗੰਧ ਵਾਲੇ ਪਦਾਰਥ ਖਾਣੇ, ਉਹਦਾ ਜੀਵਨ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੁੰਦਾ, ਲਸਣ ਦੀ ਖਾਣ ਹੁੰਦਾ। ਭਾਵੇਂ ਉਹ ਕਿਸੇ ਕੋਨੇ 'ਤੇ ਲੁਕ ਕੇ ਬੈਠ ਕੇ ਵੀ ਖਾਵੇ, ਭਾਵ ਚੋਰੀ ਜਾਰੀ ਕਰੇ, ਪੈੜਾ ਕੰਮ ਕਰੇ, ਕੋਈ ਕੁਕਰਮ ਕਰੇ, ਆਖਰ ਨੂੰ ਤਾਂ ਪ੍ਰਗਟ ਹੋ ਹੀ ਜਾਂਦਾ ਹੈ। ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਆਹ ਜਿਹੜੀ ਦੁਨੀਆ ਹੈ, ਇਹ ਤੇ ਮਾਇਆ ਡੋਲਣੀ ਵਾਂਗ ਹੈ। ਡੋਲ ਇੱਕ ਕਿਸਮ ਦਾ ਭਾਂਡਾ ਹੁੰਦਾ, ਵੱਡਾ ਡੋਲ ਹੁੰਦਾ ਅਤੇ ਛੋਟੀ ਨੂੰ ਡੋਲਣੀ ਕਹਿ ਦਿੰਦੇ ਨੇ। ਇਹ ਬੋਲੀ ਹੁਣ ਵੀ ਸਾਡੀ ਪੰਜਾਬੀ ਦੇ ਵਿੱਚ ਪ੍ਰਚਲਿਤ ਹੈ ਵੀ ਡੋਲਣੀ ਲੈ ਕੇ ਆਓ। ਪੁਰਾਣੇ ਸਮੇਂ ਦੇ ਵਿੱਚ ਖੂਹਾਂ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ, ਉਹ ਭਾਂਡਾ ਜਿਸ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ, ਉਸ ਨੂੰ ਡੋਲ ਕਹਿੰਦੇ ਸਨ।
ਕਬੀਰ ਮਾਇਆ ਡੋਲਣੀ, ਕਬੀਰ ਭੱਗ ਜੀ ਕਹਿੰਦੇ ਨੇ ਆਹ ਜਿਹੜੀ ਦੁਨੀਆ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ, ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਵੀ ਹੈ ਤੇ ਪਰਮੇਸ਼ਰ ਵੀ ਹੈ। ਵੇਖ ਅੰਮ੍ਰਿਤ ਬਸੈ ਇੱਕ ਸੰਗਾ, ਮਾਇਆ ਜ਼ਹਿਰ ਹੈ, ਪਰਮੇਸ਼ਰ ਅੰਮ੍ਰਿਤ ਹੈ। ਦੋਨੋਂ ਹੀ ਇੱਕ ਥਾਂ 'ਤੇ ਰਹਿੰਦੇ ਨੇ। ਇਹ ਦੁਨੀਆ ਡੋਲਣੀ ਵਾਂਗ ਹੈ। ਪਵਨ ਝੁਕੋਲਣਹਾਰ, ਪਵਨ ਤੋਂ ਭਾਵ ਜਿਹੜੇ ਸਾਡੇ ਸਵਾਸ ਨੇ, ਝੁਕੋਲਣਹਾਰ ਉਸ ਡੋਲਣੀ ਦੇ ਵਿੱਚ ਜਿਵੇਂ ਕੋਈ ਦੁੱਧ ਪਾ ਕੇ ਰਿੜਕਦਾ ਹੈ ਨਾ, ਸਾਡੇ ਸਵਾਸ ਝੁਕੋਲਣਹਾਰ ਦਾ ਅਰਥ ਹੈ ਮਧਾਣੀ ਵਾਂਗ ਨੇ। ਮਾਇਆ ਡੋਲਣੀ ਹੈ, ਸਾਡੇ ਸਵਾਸ ਮਧਾਣੀ ਵਾਂਗ ਹਨ। ਸੰਤੋ ਮਾਖਣ ਖਾਇਆ, ਛਾਛ ਪੀਐ ਸੰਸਾਰ। ਲਓ ਜਿਹੜੇ ਸੰਤ ਨੇ ਉਹਨਾਂ ਨੇ ਸਵਾਸਾਂ ਦੀ ਮਧਾਣੀ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ। ਸਾਸ ਸਾਸ ਸਿਮਰੋ ਗੋਬਿੰਦ, ਜੋ ਸਾਸ ਗਰਾਸ ਤੇ ਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰਿਆ, ਹਰ ਨਾਮਾ ਮਨ ਮੰਤ। ਉਹਨਾਂ ਸੰਤਾਂ ਨੇ ਸਵਾਸਾਂ ਦੇ ਨਾਲ ਸਿਮਰਨ ਕੀਤਾ ਤੇ ਫਿਰ ਉਹਨਾਂ ਨੇ ਮੱਖਣ ਖਾਧਾ, ਬ੍ਰਹਮਾਨੰਦ ਦਾ ਮੱਖਣ ਖਾਧਾ ਹੈ, ਆਤਮਿਕ ਆਨੰਦ ਦਾ ਮੱਖਣ ਖਾਧਾ ਹੈ। ਛਾਛ ਪੀਆ ਸੰਸਾਰ, ਤੇ ਬਾਕੀ ਜਿਹੜਾ ਸੰਸਾਰ ਹੈ ਉਹ ਲੱਸੀ ਪੀ ਰਿਹਾ ਹੈ। ਆਹ ਜਿਹੜੇ ਪਦਾਰਥਾਂ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਨੇ, ਮਾਇਆ ਦੇ ਸੁੱਖ ਨੇ, ਸਾਰੇ ਲੱਸੀ ਵਾਂਗ ਨੇ। ਮਹਾਂਪੁਰਖਾਂ ਨੇ ਸਵਾਸਾਂ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਆਤਮਿਕ ਆਨੰਦ ਬ੍ਰਹਮਾਨੰਦ ਦਾ ਮੱਖਣ ਛਕਿਆ ਹੈ। ਤੇ ਜਿਹੜੇ ਸੰਸਾਰੀ ਲੋਕ ਨੇ ਤੇ ਉਹਨਾਂ ਨੇ ਜਿਹੜੇ ਪਦਾਰਥਾਂ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਨੇ, ਲੱਸੀ ਵਾਂਗ ਉਹਨਾਂ ਨੇ ਲੱਸੀ ਪੀਤੀ ਹੈ। ਕਬੀਰ ਮਾਇਆ ਡੋਲਣੀ, ਪਵਨ ਵਹੈ ਹਿਵਤਾਰ। ਕਬੀਰ ਮਾਇਆ ਡੋਲਣੀ ਦਾ ਅਰਥ ਕਈ ਵਿਦਵਾਨਾਂ ਨੇ ਦੇ ਵੀ ਕੀਤਾ ਹੈ। ਦੇ ਇਸਤਰੀ ਲਿੰਗ ਹੈ, ਡੋਲਣੀ ਵੀ ਇਸਤਰੀ ਲਿੰਗ ਹੈ। ਇਹ ਮਾਇਆ ਤੋਂ ਬਣਿਆ ਸਾਡਾ ਸਰੀਰ ਡੋਲਣੀ ਵਾਂਗ ਹੈ। ਇਹਦੇ ਵਿੱਚ ਜਿਹੜੇ ਸਵਾਸ ਚੱਲ ਰਹੇ ਨੇ ਇਹ ਮਧਾਣੀ ਵਾਂਗ ਨੇ। ਇਹਨਾਂ ਸਵਾਸਾਂ ਦੇ ਨਾਲ ਸਿਮਰਨ ਕਰਕੇ ਮਹਾਂਪੁਰਖਾਂ ਨੇ ਮੁਕਤੀ ਦੇ ਆਨੰਦ ਦਾ ਮੱਖਣ ਛਕਿਆ ਹੈ। ਤੇ ਜਿਹੜੇ ਹੋਰ ਲੋਕ ਨੇ ਉਹ ਪਦਾਰਥਾਂ ਦੇ ਸੁੱਖ ਦੀ ਲੱਸੀ ਪੀ ਕੇ ਹੀ ਗੁਜ਼ਾਰਾ ਕਰ ਲੈਂਦੇ ਨੇ। ਕਬੀਰ ਮਾਇਆ ਡੋਲਣੀ, ਫਿਰ ਭਗਤ ਜੀ ਫਰਮਾਉਂਦੇ ਨੇ ਇਹ ਜਿਹੜੀ ਮਾਇਆ ਤੋਂ ਬਣੀ ਹੋਈ ਦੇਹ ਹੈ ਇਹ ਡੋਲਣੀ ਵਾਂਗ ਹੈ। ਭਾਵ ਗੁਰਮੁਖਾਂ ਦਾ ਸਰੀਰ ਵੀ ਡੋਲਣੀ ਵਾਂਗ ਹੈ। ਪਵਨ ਵਹਿ ਹਿਵਤਾਰ, ਹਿਵਤਾਰ ਦਾ ਅਰਥ ਹੈ ਠੰਡੀ ਧਾਰਾ। ਜਿਹੜੇ ਸਵਾਸ ਸੀਤਲ ਹੋ ਕੇ ਵਾਹਿਗੁਰੂ ਦੇ ਨਾਮ ਦੀ ਠੰਡਕ ਦੀ ਧਾਰ ਦੇ ਨਾਲ ਠੰਡੇ ਹੋ ਕੇ ਸਵਾਸ ਸਾਡੇ ਅੰਦਰ ਵਗਦੇ ਨੇ। ਜਿਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਉਹ ਮਾਨੋ ਨਾਮ ਦੀ ਠੰਡਕ ਵਾਲੇ ਸਵਾਸ ਮਧਾਣੀ ਵਾਂਗ ਹਨ। ਜਿਨ ਬਲੋਇਆ ਤਿਨ ਖਾਇਆ, ਅਵਰ ਬਿਲੋਵਨ ਹਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਪਾਈ ਦੁੱਧ ਰਿੜਕਿਆ ਹੈ, ਤਿਨ ਖਾਇਆ, ਉਹਨਾਂ ਨੇ ਮੱਖਣ ਵੀ ਖਾਧਾ। ਦੁੱਧ ਕਿਹੜਾ ਹੈ? ਵਾਹਿਗੁਰੂ ਦਾ ਨਾਮ। ਨਾਮ ਦੁੱਧ ਹੈ। ਜਿਨ੍ਹਾਂ ਨੇ ਦੁੱਧ ਰਿੜਕਿਆ ਹੈ, ਨਾਮ ਦਾ ਅਭਿਆਸ ਕੀਤਾ ਹੈ, ਤੇ ਉਹਨਾਂ ਨੇ ਬ੍ਰਹਮਾਨੰਦ ਦਾ, ਮੁਕਤੀ ਦੇ ਆਨੰਦ ਦਾ ਮੱਖਣ ਛਕਿਆ ਹੈ। ਅਵਰ ਬਲੋਬਨਹਾਰ, ਜਿਹੜੇ ਹੋਰ ਲੱਸੀ ਰਿੜਕਣ ਵਾਲੇ ਸਨ ਤੇ ਉਹਨਾਂ ਨੂੰ ਵਿਸ਼ਿਆਂ ਦਾ ਸੁੱਖ ਤੇ ਪ੍ਰਾਪਤ ਹੋਇਆ, ਪਦਾਰਥਾਂ ਦਾ ਸੁੱਖ ਤੇ ਮਿਲ ਗਿਆ, ਪਰ ਉਹਨਾਂ ਨੂੰ ਆਤਮਿਕ ਆਨੰਦ ਅਤੇ ਮੁਕਤੀ ਦਾ ਆਨੰਦ ਮੱਖਣ ਨਹੀਂ ਨਸੀਬ ਹੋਇਆ। ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ। ਲੋ ਕਬੀਰ ਜੀ ਫਰਮਾਉਂਦੇ ਨੇ ਇਹ ਜਿਹੜੀ ਮਾਇਆ ਹੈ ਚੋਰਟੀ, ਇਹ ਚੋਰਾਂ ਦੀ ਮਾਂ ਹੈ। ਇਹ ਜਿਹੜੀ ਮਾਇਆ ਹੈ, ਜੜ ਚੇਤਨ ਦੋ ਮਾਇਆ ਦੇ ਰੂਪ ਨੇ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਪ੍ਰਾਣ ਆਧਾਰੀ। ਇਹ ਬਹੁਤ ਤਰ੍ਹਾਂ ਦੇ ਨਾਲ ਮਾਇਆ ਸਾਨੂੰ ਠੱਗਦੀ ਹੈ।
ਇਹ ਮਾਇਆ ਚੋਰਨੀ ਹੈ। ਮੁਸ ਮੁਸ ਲਾਵੈ ਹਾਠ, ਇਹ ਦੁਨੀਆ ਨੂੰ ਲੁੱਟ ਲੁੱਟ ਕੇ ਠੱਗ ਠੱਗ ਕੇ ਇਹ ਆਪਣੀ ਹੱਟੀ ਨੂੰ ਲਾਉਂਦੀ ਹੈ, ਆਪਣੀ ਦੁਕਾਨ ਚਲਾਉਂਦੀ ਹੈ। ਇਹ ਮਾਇਆ ਚੋਰਾਂ ਦੀ ਮਾਂ ਹੈ। ਚੋਰ ਕੀ ਕਰਦੇ ਨੇ, ਦੂਜਿਆਂ ਦਾ ਮਾਲ ਲੁੱਟ ਕੇ ਅਤੇ ਫਿਰ ਉਹ ਸਸਤੇ ਭਾਅ ਵੇਚਦੇ ਨੇ। ਜਿਹੜਾ ਚੋਰਾਂ ਦਾ ਮਾਲ ਹੁੰਦਾ ਨਾ, ਚੋਰਾਂ ਦਾ ਮਾਲ ਲਾਠੀਆਂ ਦੇ ਗੜ੍ਹਾਂ ਦੇ ਨਾਲ ਹੀ ਵਿਕਦਾ। ਇਸੇ ਤਰ੍ਹਾਂ ਇਹ ਮਾਇਆ ਠੱਗਣੀ ਹੈ। ਸਾਡੇ ਕੋਲੋਂ ਜਿਹੜਾ ਕੀਮਤੀ ਸਰਮਾਇਆ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਦੈਵੀ ਗੁਣ ਨੇ, ਇਹ ਸਾਡੀ ਸੰਪੱਤੀ ਹੈ। ਇਹਨੂੰ ਠੱਗ ਠੱਗ ਕੇ, ਇਹਨੂੰ ਲੁੱਟ ਲੁੱਟ ਕੇ ਮਾਇਆ ਆਪਣੀ ਦੁਕਾਨ ਸਜਾਉਂਦੀ ਹੈ, ਆਪਣੀ ਹੱਟ ਨੂੰ ਚਲਾਉਂਦੀ ਹੈ। ਏਕ ਕਬੀਰਾ ਨਾਮ ਉਸੈ, ਜਿਨ ਕੀਨੀ ਬਾਰਹਿ ਬਾਟ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਇਹ ਜਿਹੜੀ ਮਾਇਆ ਹੈ ਇਹ ਚੋਰਾਂ ਦੀ ਮਾਂ ਹੈ, ਅਤੇ ਇਸ ਮਾਇਆ ਦੀ ਠੱਗੀ ਤੋਂ ਉਹ ਬਚਿਆ ਹੈ ਅਤੇ ਜਿਹੜਾ ਵਾਹਿਗੁਰੂ ਦੀ ਓਟ ਲੈ ਲਵੇ। ਏਕ ਕਬੀਰਾ ਨਾਮ ਮੁਸੈ, ਕਬੀਰ ਭਗਤ ਜੀ ਕਹਿੰਦੇ ਨੇ, ਉਹ ਆਦਮੀ, ਉਹ ਗੁਰਮੁਖ ਬੰਦਾ, ਉਹ ਮਹਾਤਮਾ ਜਨ ਇਸ ਮਾਇਆ ਤੋਂ ਨਹੀਂ ਲੁੱਟਿਆ ਗਿਆ। ਜਨ ਕੀਨੀ 12 ਬਾਟ, ਜਿਸ ਨੇ ਇਸ ਮਾਇਆ ਨੂੰ 12 ਬਾਟ 12 ਹਿੱਸਿਆਂ ਦੇ ਵਿੱਚ ਟੋਟੇ ਟੋਟੇ ਕਰਕੇ ਸੁੱਟ ਦਿੱਤਾ ਹੈ। ਜਿਵੇਂ ਭਗਤ ਕਬੀਰ ਜੀ ਦਾ ਕੱਲ੍ਹ ਪ੍ਰਸੰਗ ਆਇਆ ਸੀ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜੇ ਮਹਾਂਪੁਰਖ ਇਸ ਮਾਇਆ ਰੂਪੀ ਚੋਰਾਂ ਦੀ ਮਾਂ ਨੂੰ, ਇਸ ਵੱਡੀ ਚੋਰਨੀ ਨੂੰ 12 ਟੁਕੜੇ ਕਰਕੇ ਸੁੱਟ ਦਿੰਦੇ ਨੇ, ਫਿਰ ਉਹ ਇਸ ਦੀ ਮਾਰ ਤੋਂ ਬਚ ਜਾਂਦੇ ਨੇ, ਫਿਰ ਉਹ ਨਹੀਂ ਲੁੱਟੇ ਜਾਂਦੇ। ਦੂਸਰਾ ਜਨਕੀਨੀ 12 ਬਾਟ, 5 ਗਿਆਨ ਇੰਦਰੀਏ 5 ਕਰਮ ਇੰਦਰੀਏ, ਮਨ ਅਤੇ ਬੁੱਧ ਦੇ 12 ਨੇ। ਜਿਸ ਨੇ ਇਹਨਾਂ ਵਿਸ਼ਿਆਂ ਤੋਂ ਅਤੇ ਮਨ ਦੇ ਫੁਰਨਿਆਂ ਤੋਂ ਕੰਟਰੋਲ ਕਰ ਲਿਆ ਹੈ, ਸਮਦਮ ਸਾਧਨਾ ਦੁਆਰਾ ਮਨ ਦੀਆਂ ਵਾਸ਼ਨਾਵਾਂ ਨੂੰ ਅਤੇ ਇੰਦਰੀਆਂ ਦੀਆਂ ਵਿਸ਼ੇ ਵਾਸ਼ਨਾ ਨੂੰ ਰੋਕ ਲਿਆ ਹੈ, ਅਤੇ ਭਾਈ ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਹਨ। ਉਹਨਾਂ ਨੂੰ ਮਾਇਆ ਠੱਗ ਨਹੀਂ ਸਕਦੀ। ਕਬੀਰ ਸੂਖ ਨਾ ਇਹ ਜੁਗ, ਕਰਹਿ ਜੋ ਬਹੁਤੈ ਮੀਤ। ਕਈ ਲੋਕਾਂ ਦਾ ਸੁਭਾਅ ਹੁੰਦਾ ਹੈ, ਉਹ ਦੁਨੀਆ ਦੇ ਵਿੱਚ ਆਪਣੇ ਬਹੁਤੇ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਖਾਸ ਕਰਕੇ ਉਹ ਲੋਕ ਜਿਹੜੇ ਚੌਧਰ ਦੇ ਭੁੱਖੇ ਨੇ, ਉਹ ਘਰ ਘਰ ਜਾ ਕੇ ਲੋਕਾਂ ਮੂਹਰੇ ਹੱਥ ਜੋੜਦੇ ਨੇ, ਸਾਨੂੰ ਵੋਟ ਪਾਇਓ। ਉਹ ਆਪਣੇ ਬਹੁਤੇ ਮਿੱਤਰ ਬਣਾਉਂਦੇ ਨੇ, ਪਰ ਕੀ ਉਹ ਮਿੱਤਰ ਸਾਡੇ ਨਾਲ ਨਿਭਦੇ ਨੇ? ਨਹੀਂ। ਇਸੇ ਲਈ ਭਗਤ ਕਬੀਰ ਜੀ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਕੀ ਕਹਿੰਦੇ ਨੇ? ਕਬੀਰ ਸੂਖ ਨਾ ਇਹ ਜੁਗ, ਕਰਹਿ ਜੋ ਬਹੁਤ ਹੈ ਮੀਤ। ਇਸ ਸੰਸਾਰ ਦੇ ਵਿੱਚ ਭਾਈ ਉਹਨਾਂ ਨੂੰ ਕਦੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਜਿਹੜੇ ਬਹੁਤੇ ਮਿੱਤਰ ਬਣਾਉਂਦੇ ਨੇ। ਕਿਉਂ? ਜਿਹੜੇ ਦੁਨਿਆਵੀ ਮਿੱਤਰ ਨੇ ਉਹ ਸਾਰੇ ਦੇ ਸਾਰੇ ਮਤਲਬ ਪ੍ਰਸਤ ਹੁੰਦੇ ਨੇ, ਆਪਣੇ ਸਵਾਰਥ ਦੇ ਕਾਰਨ ਹੀ ਸਾਡੇ ਨਾਲ ਜੁੜਦੇ ਨੇ, ਅਤੇ ਜਿਸ ਦਿਨ ਉਹਨਾਂ ਦਾ ਸਵਾਰਥ ਪੂਰਾ ਨਹੀਂ ਹੁੰਦਾ ਉਹ ਪਿੱਛੇ ਹਟ ਜਾਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਬਹੁਤੇ ਸੰਸਾਰੀ ਲੋਕਾਂ ਨੂੰ ਮਿੱਤਰ ਬਣਾਉਣ ਦੀ ਲੋੜ ਨਹੀਂ ਹੈ। ਜੋ ਚਿਤ ਰਾਖੈ ਏਕ ਸਿਉ, ਤੇ ਸੁਖ ਪਾਵਹਿ ਨੀਤ। ਲੋ ਭਗਤ ਜੀ ਫਰਮਾਉਂਦੇ ਨੇ, ਅਸਲੀ ਮਿੱਤਰ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਜਾ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਿਨ੍ਹਾਂ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ, ਜਿਹੜੇ ਇੱਕ ਦੇ ਨਾਲ ਚਿੱਤ ਨੂੰ ਜੋੜੀ ਰੱਖਦੇ ਨੇ, ਤੇ ਸੁਖ ਪਾਵਹਿ ਨੀਤ, ਉਹ ਭਾਈ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੇ ਨੇ। ਭਗਤ ਕਬੀਰ ਜੀ ਨੇ ਸਾਨੂੰ ਸਿੱਖਿਆ ਬਖਸ਼ੀ ਹੈ ਬਈ ਤੁਸੀਂ ਇੱਕ ਦੇ ਬਣੋ। ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਗੁਰਮਤਿ ਦਾ ਸਿਧਾਂਤ ਅਦਵੈਤ ਸਿਧਾਂਤ ਹੈ। ਗੁਰੂ ਮਹਾਰਾਜ ਨੇ ਸਾਨੂੰ ਇੱਕ ਓਂਕਾਰ ਲਿਖ ਕੇ
ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜੇ ਹੈ। ਅਤੇ ਭਗਤ ਕਬੀਰ ਜੀ ਦਾ ਸਿਧਾਂਤ ਵੀ ਉਹੀ ਹੈ। ਕਬੀਰ ਭਗਤ ਜੀ ਕਹਿੰਦੇ ਨੇ ਇੱਕ ਵਾਹਿਗੁਰੂ ਨਾਲ ਜੁੜੋ। ਜਿਹੜੇ ਹੋਰ ਦੇਵੀ ਦੇਵਤੇ ਨੇ, ਪੀਰ ਫਕੀਰ ਨੇ, ਰਹਿਬਰ ਜਾਂ ਅਵਤਾਰ ਨੇ, ਰਿਸ਼ੀ ਮੁਨੀ ਨੇ, ਸ਼ਹੀਦ ਮੁਰੀਦ ਨੇ, ਜਿੰਨੇ ਵੀ ਹੋਰ ਲੋਕ ਨੇ, ਉਹਨਾਂ ਨੂੰ ਵੱਖਰੇ ਤੌਰ 'ਤੇ ਮੰਨਣ ਪੂਜਣ ਦੀ ਕੋਈ ਲੋੜ ਨਹੀਂ ਹੈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਮੂਲ ਸਿੰਚਨ ਨਿਆਏ ਸੇ। ਕਿਸੇ ਦਰਖਤ ਦੇ ਮੁੱਢ ਨੂੰ ਪਾਣੀ ਸਿੰਜੋ, ਉਸ ਦਰਖਤ ਨੂੰ ਪੱਤਰੇ ਵੀ ਲੱਗਣਗੇ, ਫੁੱਲ ਵੀ ਲੱਗਣਗੇ ਅਤੇ ਫਲ ਵੀ ਪ੍ਰਾਪਤ ਹੋਣਗੇ। ਜੇ ਆਪਾਂ ਮੁੱਢ ਨੂੰ ਛੱਡ ਕੇ ਪੱਤਰਿਆਂ ਨੂੰ, ਟਾਹਣੀਆਂ ਨੂੰ ਪਾਣੀ ਸਿੰਜਾਂਗੇ, ਫਿਰ ਉਹ ਬਿਰਛ ਬਹੁਤੀ ਦੇਰ ਤੱਕ ਹਰਾ ਭਰਾ ਨਹੀਂ ਰਹਿ ਸਕਦਾ। ਵਾਹਿਗੁਰੂ ਮੁੱਢ ਹੈ, ਉਸ ਵਾਹਿਗੁਰੂ ਦਾ ਸਿਮਰਨ ਕਰੋ। ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ। ਇਹ ਦੇਵੀ ਦੇਵਤੇ ਟਾਹਣੀਆਂ ਫੁੱਲ ਨੇ, ਇਹਨਾਂ ਨੇ ਆਪੇ ਖੁਸ਼ ਹੋ ਜਾਣੇ। ਜਦੋਂ ਰੱਬ ਖੁਸ਼ ਹੋ ਗਿਆ, ਸਾਰੇ ਖੁਸ਼ ਹੋ ਜਾਣਗੇ। ਇਹਨਾਂ ਨੂੰ ਵੱਖਰੇ ਤੌਰ 'ਤੇ ਮੰਨਣ ਪੂਜਣ ਦੀ ਕੋਈ ਲੋੜ ਨਹੀਂ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਾਤ ਇਕ ਨਾ ਮਾਨਿਓ। ਗੁਰਮਤਿ ਦਾ ਸਿਧਾਂਤ ਹੈ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਭਾਈ ਇੱਕ ਦੇ ਨਾਲ ਚਿੱਤ ਜੋੜ ਕੇ ਰੱਖਾਂਗੇ ਨਾ, ਫਿਰ ਹਮੇਸ਼ਾ ਲਈ ਸੁੱਖ ਪ੍ਰਾਪਤ ਕਰਾਂਗੇ। ਕਬੀਰ ਜਿਸ ਮਾਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਲੋ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਇੱਕ ਨੇਕਨਾਮੀ ਦੀ ਮੌਤ ਹੁੰਦੀ ਹੈ, ਦੂਸਰੀ ਗੁੰਮਨਾਮੀ ਦੀ ਮੌਤ ਹੁੰਦੀ ਹੈ, ਤੀਜੀ ਬਦਨਾਮੀ ਦੀ ਮੌਤ ਹੁੰਦੀ ਹੈ। ਜਿਹੜੇ ਮਨਮੁਖ ਬੰਦੇ ਨੇ, ਮਨਮੁਖ ਮਰੈ ਮਰਨ ਵਿਗਾੜੈ, ਉਹ ਐਸੀ ਮੌਤ ਮਰਦੇ ਨੇ ਅਤੇ ਦੂਸਰਿਆਂ ਨੂੰ ਵੀ ਜੇਲ੍ਹਾਂ ਵਿੱਚ ਬੰਦ ਕਰਵਾ ਦਿੰਦੇ ਨੇ। ਅਤੇ ਕਈ ਲੋਕ ਮਰਦੇ ਨੇ, ਉਹਨਾਂ ਦਾ ਪਤਾ ਵੀ ਨਹੀਂ ਲੱਗਦਾ। ਗੁੰਮਨਾਮੀ ਦੀ ਮੌਤ। ਨੇਕਨਾਮੀ ਦੀ ਮੌਤ ਸਭ ਤੋਂ ਵਧੀਆ ਗਿਣੀ ਗਈ ਹੈ। ਨੇਕਨਾਮੀ ਦੀ ਮੌਤ ਕਿਹੜੀ ਹੁੰਦੀ ਹੈ? ਗੁਰੂ ਘਰ ਦੇ ਵਿੱਚ ਦੋ ਕਿਸਮ ਦੀ ਮੌਤ ਪ੍ਰਵਾਨ ਹੈ। ਇੱਕ ਸ਼ਾਸਤਰ ਦੀ ਮੌਤ ਅਤੇ ਦੂਸਰੀ ਹੈ ਸ਼ਾਸਤਰ ਦੀ ਮੌਤ। ਸ਼ਾਸਤਰ ਅਤੇ ਸ਼ਾਸਤਰ ਦੋ ਸ਼ਬਦ ਨੇ। ਸ਼ਾਸਤਰ ਕਹਿੰਦੇ ਨੇ ਹਥਿਆਰ ਨੂੰ, ਅਤੇ ਸ਼ਾਸਤਰ ਕਹਿੰਦੇ ਨੇ ਗ੍ਰੰਥ ਨੂੰ, ਸ਼ਬਦ ਨੂੰ, ਵਿਚਾਰ ਨੂੰ। ਜਾਂ ਤੇ ਗੁਰੂ ਦਾ ਸਿੱਖ ਜੰਗ ਦੇ ਵਿੱਚ ਜੂਝਦਾ ਹੋਇਆ ਸ਼ਹੀਦੀ ਪਾਵੇ। ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਜਾਂ ਫਿਰ ਸ਼ਬਦ ਦੀ ਮੌਤ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਰੇਜੇ ਸ਼ੇਕ। ਸ਼ਬਦ ਦੀ ਮੌਤ ਸੀਨੇ 'ਤੇ ਅਸਰ ਕਰਦੀ ਹੈ, ਅਤੇ ਜਿਹੜੀ ਸ਼ਾਸਤਰ ਦੀ ਮੌਤ ਹੈ ਉਹ ਤਨ 'ਤੇ ਅਸਰ ਕਰਦੀ ਹੈ। ਸ਼ਾਸਤਰ ਅਤੇ ਸ਼ਾਸਤਰ ਦੀ ਮੌਤ ਪ੍ਰਵਾਨ ਹੈ। ਬਿਮਾਰ ਹੋ ਕੇ ਮਰਨਾ, ਐਕਸੀਡੈਂਟ ਦੇ ਨਾਲ ਮਰਨਾ, ਇਹ ਕੋਈ ਚੰਗੀ ਮੌਤ ਨਹੀਂ ਹੈ। ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲ ਜਾਂਦੀ ਹੈ, ਇਹ ਵੀ ਕੋਈ ਚੰਗੀ ਮੌਤ ਨਹੀਂ ਹੈ। ਇਸੇ ਲਈ ਵਧੀਆ ਮੌਤ ਸ਼ਾਸਤਰ ਅਤੇ ਸ਼ਾਸਤਰ ਦੀ ਹੈ। ਇਸੇ ਲਈ ਭਗਤ ਕਬੀਰ ਜੀ ਸਾਨੂੰ ਸਿਖਾਉਂਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਜਿਸ ਮਰਨ ਤੋਂ, ਸ਼ਬਦ ਦੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਮੇਰੇ ਮਨ ਆਨੰਦ, ਪਰ ਭਗਤ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਤਾਂ ਬੜਾ ਆਨੰਦ ਹੈ। ਮੈਂ ਤਾਂ ਉਸ ਸਮੇਂ ਦੀ ਉਡੀਕ ਕਰਦਾ ਹਾਂ ਵੀ ਜਦੋਂ ਸਤਿਗੁਰੂ ਸ਼ਬਦ ਦਾ ਬਾਣ ਮਾਰ ਕੇ ਮੇਰੀ ਜਾਨ ਲੈ ਲੈਣ ਅਤੇ ਮੇਰਾ ਦੇਹ ਅਧਿਆਸ ਮੁੱਕ ਜਾਵੇ ਅਤੇ ਮੈਂ ਉਸ ਵਾਹਿਗੁਰੂ ਦੇ ਨਾਲ ਲੀਨ ਹੋ ਜਾਵਾਂ। ਇਹ ਜਿਹੜੀ ਮੌਤ ਹੈ ਸਭ ਤੋਂ ਉੱਤਮ ਮੌਤ ਹੈ। ਜਿਸ ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਅਤੇ ਮੈਨੂੰ ਤਾਂ ਉਹ ਮੌਤ ਬਹੁਤ ਪਿਆਰੀ ਲੱਗਦੀ ਹੈ। ਮੇਰੇ ਮਨ ਦੇ ਵਿੱਚ ਮੌਤ ਦਾ
ਸੁਨੇਹਾ ਸੁਣ ਕੇ ਬੜਾ ਆਨੰਦ ਪ੍ਰਗਟ ਹੁੰਦਾ ਹੈ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਲੋ ਭਗਤ ਜੀ ਫਰਮਾਉਂਦੇ ਨੇ, ਅਸਲੀ ਜੀਵਤ ਪਾਵ ਤੋਂ ਮਰ ਕੇ, ਸ਼ਬਦ ਦੀ ਮੌਤ ਮਰ ਕੇ ਇਹ ਜੀਵਨ ਪ੍ਰਾਪਤ ਕਰੀਦਾ ਹੈ। ਕਿਹੜਾ ਜੀਵਨ? ਪੂਰਨ ਪਰਮਾਨੰਦ, ਜਿਹੜਾ ਪੂਰਨ ਪਰਮ ਆਨੰਦ ਸਰੂਪ ਹੈ, ਮਹਾਨ ਆਨੰਦ ਸਰੂਪ ਜੋ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਹੋ ਜਾਣੀ। ਇਹ ਮਹਾਨ ਪਰਮਾਨੰਦ ਜੀਵਨ ਹੈ, ਬਹੁਤ ਆਨੰਦਮਈ ਜੀਵਨ ਹੈ। ਕਿਉਂਕਿ ਸਰੀਰ ਦੇ ਨਾਲ ਤੇ ਫਿਰ ਵੀ ਦੁੱਖ ਸੁੱਖ ਹਰ ਸੋਗ ਵਿਆਪਦੇ ਰਹਿੰਦੇ ਨੇ, ਅਤੇ ਜਦੋਂ ਸਰੀਰ ਦੇ ਨਾਲੋਂ ਨਾਤਾ ਹੀ ਟੁੱਟ ਗਿਆ, ਜੀਵਤ ਭਾਵ ਤੋਂ ਮਰ ਗਏ, ਸ਼ਬਦ ਦੁਆਰਾ ਦੇ ਅਧਿਆਸ ਨੂੰ ਛੱਡ ਦਿੱਤਾ, ਸੰਸਾਰ ਦਾ ਸਰੀਰ ਦਾ ਮੋਹ ਤਿਆਗ ਦਿੱਤਾ, ਅਤੇ ਫਿਰ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸੇ ਲਈ ਭਗਤ ਜੀ ਕਹਿੰਦੇ, ਮਰਨ ਤੋਂ ਡਰੋ ਨਾ, ਇਹ ਮਰ ਕੇ ਹੀ ਤੁਹਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਣੀ ਹੈ। ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹ ਮਰ ਕੇ ਹੀ ਮਿਲਦਾ ਹੈ, ਪਹਿਲਾਂ ਨਹੀਂ ਮਿਲਦਾ। ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹੋ ਜਿਹੇ ਸਾਧੂ ਨੇ ਵੀ ਉਹ ਲੋਕਾਂ ਨੂੰ ਮਾਲਾ ਦਿੰਦੇ ਨੇ, ਸ਼ਬਦ ਲਿਖ ਲਿਖ ਕੇ ਦਿੰਦੇ ਨੇ, ਅਤੇ ਕਈ ਮੰਤਰ ਤਬੀਤ ਵੀ ਕਰ ਕਰਕੇ ਦਿੰਦੇ ਨੇ। ਪਰ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਹੈ, ਵੇਚਣ ਵਾਸਤੇ ਨਹੀਂ ਹੈ। ਤ੍ਰਿਗ ਤਿਨਾਂ ਦਾ ਜੀਵਿਆ, ਜੇ ਲਿਖ ਲਿਖ ਵੇਚੈ ਨਾਓ, ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਂ। ਸੋ ਇੱਥੇ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜੇ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਇੱਕ ਅਮੋਲਕ ਪਦਾਰਥ ਹੈ, ਵਾਹਿਗੁਰੂ ਦਾ ਨਾਮ, ਇਹ ਜੇ ਤੁਹਾਨੂੰ ਪ੍ਰਾਪਤ ਹੋ ਗਿਆ ਨਾ, ਰਾਮ ਪਦਾਰਥ ਪਾਏ ਕੈ, ਭਗਤ ਕਬੀਰ ਜੀ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ, ਇਸ ਹੀਰੇ ਨੂੰ ਪ੍ਰਾਪਤ ਕਰਕੇ ਕਬੀਰਾ ਗਾਂਠ ਨਾ ਖੋਲ, ਇਹਨੂੰ ਗੰਢ ਦੇ ਕੇ ਪੱਲੇ ਬੰਨ੍ਹ ਕੇ ਰੱਖੀਏ, ਅਤੇ ਅਨਅਧਿਕਾਰੀ ਦੇ ਸਾਹਮਣੇ, ਆਮ ਲੋਕਾਂ ਦੇ ਸਾਹਮਣੇ ਉਹ ਗੰਢ ਖੋਲ੍ਹਣੀ ਨਹੀਂ ਚਾਹੀਦੀ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਇਹ ਨਾਮ ਬੇਸ਼ਕੀਮਤੀ ਰਤਨ ਹੈ, ਮੇਰਾ ਹੀਰ ਹੈ ਰਤਨ ਨਾਮ, ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਰਮਾਇਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਆਮੋਲ। ਇਹ ਨਾਮ ਅਮੋਲਕ ਰਤਨ ਹੈ, ਜੇ ਤੁਹਾਨੂੰ ਪ੍ਰਾਪਤ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ, ਇਹਨੂੰ ਗੰਢ ਵਿੱਚ ਬੰਨ੍ਹ ਕੇ ਸੰਭਾਲ ਕੇ ਰੱਖੋ। ਦੁਨੀਆ ਦੇ ਅੱਗੇ ਖੋਲ੍ਹਣ ਦੀ ਲੋੜ ਨਹੀਂ। ਕਿਉਂ ਨਹੀਂ ਪਟਨ? ਇੱਥੇ ਨਾ ਤਾਂ ਕੋਈ ਸ਼ਹਿਰ ਹੈ, ਸ਼ਹਿਰਾਂ ਵਿੱਚ ਮੰਡੀਆਂ ਹੁੰਦੀਆਂ ਸਨ ਜਿੱਥੇ ਲੋਕ ਜਾ ਕੇ ਆਪਣਾ ਸੌਦਾ ਵੇਚਦੇ ਸਨ, ਨਾ ਇੱਥੇ ਪਟਨ ਕੋਈ ਸ਼ਹਿਰ ਹੈ, ਕੋਈ ਮਾਰਕੀਟ ਹੈ, ਨਾ ਹੀ ਕੋਈ ਮੰਡੀ ਹੈ, ਨਾ ਹੀ ਕੋਈ ਪਾਰਖੂ ਹੈ। ਹੀਰੇ ਮੋਤੀਆਂ ਨੂੰ ਪਰਖਣ ਵਾਲਾ ਜੌਹਰੀ ਵੀ ਕੋਈ ਨਹੀਂ ਹੈ, ਅਤੇ ਨਾ ਹੀ ਕੋਈ ਇੱਥੇ ਗਾਹਕ ਹੈ। ਹੀਰੇ ਮੋਤੀਆਂ ਦੇ ਗਾਹਕ ਵੀ ਵਿਰਲੇ ਹੁੰਦੇ ਨੇ, ਅਤੇ ਨਹੀਂ ਮੋਲ, ਅਤੇ ਨਾ ਹੀ ਇਹਨਾਂ ਨੂੰ ਉਸੇ ਮੁੱਲ ਦਾ ਪਤਾ ਹੈ। ਜਿਵੇਂ ਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ ਸੀ, ਭਾਈ ਮਰਦਾਨਿਆਂ, ਜੇ ਕੋਈ ਇੱਛਾ ਹੈ ਤਾਂ ਦੱਸ। ਕਹਿੰਦਾ, ਮਹਾਰਾਜ ਸਭ ਤੋਂ ਵਧੀਆ ਚੀਜ਼ ਮੈਨੂੰ ਦਿਓ। ਤਾਂ ਗੁਰੂ ਮਹਾਰਾਜ ਨੇ ਇੱਕ ਬੜਾ ਕੀਮਤੀ ਲਾਲ ਦਿੱਤਾ। ਕਹਿਣ ਲੱਗਾ, ਮਹਾਰਾਜ ਇਹ ਲਾਲ ਹੈ ਕੀ ਚੀਜ਼? ਮੈਨੂੰ ਤਾਂ ਇਸ ਦਾ ਪਤਾ ਨਹੀਂ। ਕਹਿੰਦੇ, ਬੜਾ ਕੀਮਤੀ ਹੈ, ਤੂੰ ਇਹਦਾ ਮੁੱਲ ਪਵਾ ਕੇ ਆ। ਪਟਨਾ ਸਾਹਿਬ ਦੀ ਘਟਨਾ ਹੈ। ਇਹ ਮੁੱਲ ਪਵਾਉਣ ਵਾਸਤੇ ਗਿਆ। ਇੱਕ ਮਾਈ ਨੇ ਆਟੇ ਦਾ ਬੁੱਕ ਮੁੱਲ ਪਾਇਆ, ਬਜਾਜ ਨੇ 1 ਰੁਪਇਆ ਮੁੱਲ ਪਾਇਆ। ਕੋਈ ਸ਼ਾਹੂਕਾਰ ਸੀ, ਉਹਨੇ 100 ਰੁਪਇਆ ਮੁੱਲ ਪਾਇਆ। ਪਰ ਜਦੋਂ ਸਾਲਸਰਾਏ ਜੌਹਰੀ ਦੇ ਪਾਸ ਗਿਆ, ਉਹਨੇ 100 ਰੁਪਇਆ ਦਰਸ਼ਨੀ ਭੇਟਾ ਦਾ ਦਿੱਤਾ ਅਤੇ ਕਹਿਣ ਲੱਗਾ, ਜਿੰਨੀ ਵੀ ਮੇਰੇ ਕੋਲ ਧਨ ਦੌਲਤ ਹੈ, ਹੀਰੇ ਜਵਾਹਰਾਤ ਸੋਨਾ ਚਾਂਦੀ, ਜੇ ਮੈਂ ਸਾਰੀ ਵੀ ਦੇ ਦੇਵਾਂ ਤਾਂ ਵੀ ਇਸ ਦੀ ਕੀਮਤ ਪੂਰੀ ਨਹੀਂ ਹੋ ਸਕਦੀ।
ਇਸ ਲਈ ਮੈਂ ਤੇਰੇ ਨਾਲ ਕੋਈ ਧੋਖਾ ਨਹੀਂ ਕਰਨਾ ਚਾਹੁੰਦਾ, ਤੂੰ ਇਸ ਲਾਲ ਨੂੰ ਵਾਪਸ ਲੈ ਜਾ। ਲਾਲ ਬੜੇ ਕੀਮਤੀ ਹੁੰਦੇ ਨੇ ਅਤੇ ਵਾਹਿਗੁਰੂ ਦਾ ਨਾਮ ਇੱਕ ਲਾਲ ਹੈ। ਇਹਨੂੰ ਹਰਕ ਦੇ ਅੱਗੇ ਨਾ ਖੋਲ੍ਹੋ। ਨਾ ਇੱਥੇ ਕੋਈ ਪਟਨ ਸਾਧ ਸੰਗਤ ਰੂਪੀ ਸ਼ਹਿਰ ਹੈ ਅਤੇ ਨਾ ਕੋਈ ਪਾਰਖ ਗੁਰਮੁਖ ਮਹਾਂਪੁਰਖ ਨੇ, ਅਤੇ ਨਾ ਹੀ ਇੱਥੇ ਕੋਈ ਗਾਹਕ ਜਗਿਆਸੂ ਹੈ, ਅਤੇ ਨਾ ਹੀ ਕਿਸੇ ਕੋਲ ਮੁੱਲ ਹੈ। ਇਹ ਨਾਮ ਦਾ ਰਤਨ ਜੇ ਖਰੀਦਣਾ ਹੋਵੇ ਅਤੇ ਫਿਰ ਤਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਪੈਂਦਾ। ਇਹ ਵੀ ਕੋਈ ਅਰਪਣ ਨੂੰ ਤਿਆਰ ਨਹੀਂ। ਇਸੇ ਲਈ ਬਹੁਤੀ ਦੁਨੀਆ ਨਗੂਰੀ ਤੁਰੀ ਫਿਰਦੀ ਹੈ, ਅੰਮ੍ਰਿਤ ਨਹੀਂ ਛਕਦੀ। ਕਿਉਂ? ਉਹਨਾਂ ਨੂੰ ਪਤਾ ਹੈ ਵੀ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਇਸ ਲਈ ਕੋਈ ਮੁੱਲ ਵੀ ਦੇਣ ਨੂੰ ਤਿਆਰ ਨਹੀਂ ਹੈ। ਕਬੀਰ ਤਾਸਿਓ ਪ੍ਰੀਤ ਕਰ, ਜਾ ਕੋ ਠਾਕੁਰ ਰਾਮ। ਲੋ ਭਗਤ ਜੀ ਕਹਿੰਦੇ ਨੇ, ਜੇ ਤੁਸੀਂ ਕਿਸੇ ਨਾਲ ਮੁਹੱਬਤ ਕਰਨੀ ਹੈ, ਮਿੱਤਰਤਾ ਪਾਉਣੀ ਹੈ, ਫਿਰ ਉਸ ਦੇ ਨਾਲ ਪਿਆਰ ਦਾ ਨਾਤਾ ਪਾਓ। ਜਾ ਕੋ ਠਾਕੁਰ ਰਾਮ, ਵੀ ਜਿਨ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਹਾਰਾ ਬਣਿਆ ਹੋਇਆ, ਭਾਵ ਉਹ ਮਹਾਂਪੁਰਖ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ। ਨਾਨਕ ਕੱਚੜਿਆਂ ਸੋਂ ਤੋੜ, ਟੂੰਡ ਸੱਜਣ ਸੰਤ ਪੱਕੀਆਂ, ਓਏ ਜੀਵਨ ਦੇ ਵਿਛੜਾ, ਓਏ ਮੋਇਆ ਨਾ ਜਾਹੀਂ ਛੋੜ। ਐਸੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਨਾਲ ਪਿਆਰ ਕਰੋ। ਪੰਡਤ ਰਾਜੇ ਭੂਪਤੀ, ਆਵਹਿ ਕੌਨੇ ਕਾਮ। ਅਸਲੀ ਪਰਮੇਸ਼ਰ ਦੇ ਪਿਆਰੇ ਹੀ ਤੁਹਾਡਾ ਸਾਥ ਨਿਭਾ ਸਕਦੇ ਨੇ। ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਉਹਨਾਂ ਦੇ ਮੁਕਾਬਲੇ 'ਤੇ ਪੰਡਤ ਬੜੇ ਬੜੇ ਵਿਦਵਾਨ, ਗਿਆਨੀ ਧਿਆਨੀ ਬੰਦੇ, ਬੜੇ ਬੜੇ ਰਾਜੇ ਮਹਾਰਾਜੇ, ਭੂਪਤੀ ਜਿਹੜੇ ਜਗੀਰਦਾਰ ਜ਼ਿਮੀਂਦਾਰ, ਹਜ਼ਾਰਾਂ ਏਕੜ ਦੇ ਮਾਲਕ, ਆਵਹਿ ਕੌਨੇ ਕੰਮ, ਉਹ ਤੁਹਾਡੇ ਭਾਈ ਕਿਸ ਕੰਮ ਆਉਣਗੇ। ਭਾਵ ਉਹਨਾਂ ਨੇ ਦਰਗਾਹ ਦੇ ਵਿੱਚ ਸਾਡੇ ਕਿਸੇ ਕੰਮ ਨਹੀਂ ਆਉਣਾ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ। ਲੋ ਇੱਕ ਕੋਈ ਪ੍ਰੇਮੀ ਆਇਆ, ਕਹਿਣ ਲੱਗਾ, ਭਗਤ ਜੀ ਦੁਬਦਾ ਨਹੀਂ ਹੁੰਦੀ। ਦੁਬਦਾ ਬੋਰੀ ਮਨ ਬੋਰਾਇਆ, ਝੂਠੇ ਲਾਲ ਜਨਮ ਗਵਾਇਆ। ਕਦੀ ਤੇ ਮਨ ਕਹਿੰਦਾ ਹੈ ਰੱਬ ਦਾ ਨਾਮ ਜਪੀਏ, ਧੰਦਿਆਂ ਦਾ ਖਹਿੜਾ ਛੱਡੀਏ, ਪਰ ਫਿਰ ਸੰਸਾਰ ਦੀ ਖਿੱਚ ਬਣ ਜਾਂਦੀ ਹੈ। ਚਲੋ ਹਾਲੇ ਹੋਰ ਥੋੜ੍ਹਾ ਜਿਹਾ ਦੇਖ ਲਈਏ, ਫਿਰ ਨਾਮ ਜਪ ਲਵਾਂਗੇ। ਇਹ ਦੁਬਦਾ ਕਿਵੇਂ ਮੁੱਕ ਸਕਦੀ ਹੈ? ਤਾਂ ਭਗਤ ਜੀ ਕਹਿੰਦੇ ਨੇ, ਕਬੀਰ ਪ੍ਰੀਤ ਇੱਕ ਸਿਉ ਕੀਏ, ਤੁਸੀਂ ਇੱਕ ਦੇ ਨਾਲ ਪ੍ਰੀਤੀ ਕਰੋ। ਤਰ ਜੀਅਰੇ ਇੱਕ ਟੇਕ, ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਸ। ਜਦੋਂ ਇੱਕ ਵਾਹਿਗੁਰੂ ਦੇ ਨਾਲ ਪ੍ਰੀਤੀ ਕਰੋਗੇ, ਆਨ ਦੁਬਦਾ ਜਾਏ, ਫਿਰ ਹੋਰ ਤੁਹਾਡੀ ਦੁਬਦਾ ਖਤਮ ਹੋ ਜਾਵੇਗੀ। ਇੱਕ ਨਾਲ ਜੁੜ ਕੇ ਹੀ, ਇੱਕ ਤੇ ਭਰੋਸਾ ਕਰਕੇ ਹੀ ਇਹ ਦੁਬਦਾ ਦੂਰ ਹੁੰਦੀ ਹੈ। ਭਾਵੈ ਲਾਂਬੇ ਕੇਸ ਕਰ, ਭਾਵੈ ਘਰ ਮੁੰਡਾਏ। ਲੋ ਭਾਵੇਂ ਆਪਣੇ ਬੋੜ ਦੀਆਂ ਜੜ੍ਹਾਂ ਦਾ ਦੁੱਧ ਲਾ ਕੇ ਤੇ ਆਪਣਾ ਜਟਾਵਾਂ ਵਧਾ ਲਵੇ। ਲੰਬੇ ਕੇਸ ਕਰਨ ਤੋਂ ਮੁਰਾਦ ਹੈ ਜਟਾਂ ਵਧਾਉਣੀਆਂ। ਤੇ ਭਾਵੇਂ ਬੋੜ ਦਾ ਦੁੱਧ ਲਾ ਕੇ ਆਪਣੇ ਕੇਸ ਲੰਬੇ ਕਰ ਲਵੇ, ਜਟਾਂ ਵਧਾ ਲਵੇ, ਭਾਵੇਂ ਘਰ ਮੁੰਡਾਏ, ਤੇ ਭਾਵੇਂ ਐਨ ਰਗੜ ਰਗੜ ਕੇ ਆਪਣੇ ਸਿਰ ਮੂੰਹ ਨੂੰ ਮਨਾ ਕੇ ਘੋਣ ਮੋਨ ਹੋ ਜਾਵੇ। ਕਿਉਂਕਿ ਪੁਰਾਣੇ ਸਾਧੂ ਜਟਾ ਜੂਟ ਵੀ ਹੁੰਦੇ ਸਨ ਅਤੇ ਕੋਈ ਬਿਲਕੁਲ ਰੁੰਡ ਮੁੰਡ ਘੋਣ ਮੋਨ ਰੋਡੇ ਭੋਡੇ ਵੀ ਹੁੰਦੇ ਸਨ। ਲੋ ਭਗਤ ਜੀ ਕਹਿੰਦੇ ਨੇ, ਭਾਵੇਂ ਲਾਂਬੇ ਕੇਸ ਕਰ ਅਤੇ ਭਾਵੇਂ ਜਟਾ ਵਧਾ ਲੈ, ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ। ਅਤੇ ਚਾਹੇ ਰਗੜ ਰਗੜ ਕੇ ਸਿਰ ਮਨਾ ਲੈ, ਘੋਣ ਮੋਨ ਹੋ ਜਾ, ਅਤੇ ਤਾਂ ਵੀ ਗੱਲ ਨਹੀਂ ਬਣਨੀ। ਇੱਕ ਵਾਹਿਗੁਰੂ ਦੇ ਨਾਲ ਪ੍ਰੀਤੀ ਕਰਨੀ ਪਵੇਗੀ। ਜਦੋਂ ਇੱਕ ਦੇ ਨਾਲ ਜੁੜੋਗੇ, ਗੱਲ ਉਦੋਂ ਬਣਨੀ ਹੈ। ਦੂਜਾ ਅੰਤਰੀ ਭਾਵ ਇਹ ਵੀ ਹੈ, ਭਾਵ ਹੈ ਲਾਂਬੇ ਕੇਸ ਕਰ। ਭਾਵੇਂ ਲੰਬੇ ਕੇਸਾਂ ਤੋਂ ਭਾਵ ਹੈ ਬਹੁਤੀ ਪ੍ਰਵਿਰਤੀ ਕਰ ਲੈ, ਬਹੁਤੀ ਸਿੱਖੀ ਸੇਵਕੀ ਵਧਾ ਲੈ, ਬਹੁਤੇ ਡੇਰੇ ਬਣਾ ਲੈ, ਇਹਦੇ ਨਾਲ ਵੀ ਕੁਛ ਨਹੀਂ ਹੋਣਾ। ਭਾਵੇਂ ਕਰਰ ਮੰਡਾਏ, ਭਾਵੇਂ ਰਗੜ ਰਗੜ ਕੇ ਸਿਰ ਮਨਾ ਲੈ, ਭਾਵ ਸੰਨਿਆਸ ਲੈ ਲੈ, ਯੋਗੀ ਬਣ ਜਾ, ਅਤੀਤ ਹੋ ਜਾ, ਅਵਧੂਤ ਬਣ ਜਾ,
ਇਹਦੇ ਨਾਲ ਵੀ ਕੁਛ ਨਹੀਂ ਹੋਣਾ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਭਰੇ ਤੇ ਸਮਾਹੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਤੇ ਕੱਜਲ ਦੀ ਕੋਠੜੀ ਹੈ, ਕਾਲਸ ਦੀ ਭਰੀ ਹੋਈ ਕੋਠੜੀ ਹੈ। ਅੰਧ ਪਰੇ ਤੇ ਸਮਾਏ, ਜਿਹੜੇ ਮਾਨਸਿਕ ਤੌਰ ਤੇ ਅੰਨੇ ਲੋਕ ਨੇ, ਜਿਨ੍ਹਾਂ ਨੂੰ ਸੰਸਾਰ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ, ਜਿਨ੍ਹਾਂ ਨੂੰ ਆਹ ਦੁਨੀਆ ਹੀ ਨਜ਼ਰ ਆਉਂਦੀ ਹੈ ਪਰ ਰੱਬ ਦੀ ਦਰਗਾਹ ਦਿਸਦੀ ਨਹੀਂ, ਉਹ ਅੰਨੇ ਨੇ। ਜਿਹੜੇ ਮਾਨਸਿਕ ਤੌਰ ਤੇ ਅੰਨੇ ਨੇ, ਅਗਿਆਨੀ ਪੁਰਸ਼ ਨੇ, ਉਹ ਇਸ ਕੱਜਲ ਦੀ ਕੋਠੀ ਸੰਸਾਰ ਦੇ ਵਿੱਚ ਡਿੱਗੇ ਪਏ ਹਨ। ਹਉ ਬਲਿਹਾਰੀ ਤਿੰਨ ਕੋ, ਪੈਸ ਜੋ ਨੀਕ ਸਜਾਹੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਨਾ ਹਾਂ ਜਿਹੜੇ ਇਸ ਕੱਜਲ ਦੀ ਕੋਠੜੀ ਸੰਸਾਰ ਵਿੱਚ ਪੈਸ ਦਾ ਅਰਥ ਹੈ ਪ੍ਰਵੇਸ਼ ਹੋ ਕੇ ਇਹਦੇ ਵਿੱਚ ਡਿੱਗ ਕੇ ਕੱਜਲ ਦੀ ਕੋਠੀ ਵਿੱਚੋਂ ਬਾਹਰ ਨਿਕਲ ਜਾਂਦੇ ਨੇ। ਉਹ ਕੌਣ ਨੇ? ਉਹ ਮਹਾਂਪੁਰਖ ਨੇ ਜਿਹੜੇ ਸੰਸਾਰ ਦਾ ਮੋਹ ਤਿਆਗ ਕੇ ਗੁਰਮੁਖ ਮਾਇਆ ਵਿੱਚ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੀ ਦਾ ਜੀਵਨ ਬਸਰ ਕਰਦੇ ਹਨ। ਅਸੀਂ ਉਹਨਾਂ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ। ਕਬੀਰ ਇਹੋ ਤਨ ਜਾਏਗਾ, ਸਕਹੁ ਤਾ ਲਿਹੋ ਬਹੋਰ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਜਿਹੜਾ ਸਰੀਰ ਹੈ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗਾ ਠਨਕਾ, ਇਹ ਤੇ ਕੱਚੀ ਗਾਗਰ ਵਾਂਗ ਹੈ, ਕੱਚੇ ਘੜੇ ਵਾਂਗ ਹੈ, ਇਹਨੇ ਤੇ ਟੁੱਟਣਾ ਹੀ ਟੁੱਟਣਾ ਹੈ, ਇਹਦਾ ਕੀ ਭਰੋਸਾ ਰੱਖਦੇ ਹੋ? ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਇਹ ਸਰੀਰ ਨੇ ਤੇ ਜਾਣਾ ਹੀ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਰਾਣਾ ਰਾਵ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਸਕੋ ਤਾਂ ਲਿਓ ਬਹੋਰ, ਜੇ ਪਾਏ ਤੁਸੀਂ ਇਸ ਨੂੰ ਬਚਾਉਣਾ ਚਾਹੁੰਦੇ ਹੋ, ਇਸ ਨੂੰ ਮੋੜਨਾ ਚਾਹੁੰਦੇ ਹੋ, ਇਸ ਨੂੰ ਸਫਲ ਕਰਨਾ ਚਾਹੁੰਦੇ ਹੋ ਤੇ ਕਰ ਲਵੋ। ਨਾਂਗੇ ਪਾਵਹੁ ਤੇ ਗਏ, ਜਿਨ ਕੇ ਲੱਖ ਕਰੋੜ। ਇਹ ਸਰੀਰ ਦੀ ਸਫਲਤਾ ਕਿਵੇਂ ਹੁੰਦੀ ਹੈ? ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਗੁਰੂ ਨਾਲ ਜੁੜੋ, ਗੁਰੂ ਦੀ ਸਿੱਖੀ ਨੂੰ ਧਾਰਨ ਕਰੋ, ਗੁਰੂ ਦੀ ਸਿੱਖਿਆ ਨੂੰ ਕਮਾਓ, ਫਿਰ ਇਹ ਸਰੀਰ ਦੀ ਸਫਲਤਾ ਹੋ ਸਕਦੀ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਨਹੀਂ ਤੇ ਫਿਰ ਵੇਖ ਲਓ ਜਿਹੜੇ ਲੱਖਾਂ ਤੇ ਕਰੋੜਾਂ ਦੇ ਮਾਲਕ ਵੀ ਸਨ, ਦੁਨੀਆ ਦੇ ਰਾਜੇ ਤੇ ਮਹਾਰਾਜੇ ਹੋਏ ਨੇ, ਨਾਂਗੇ ਪਾਵੋਂ ਤੇ ਗਏ, ਉਹ ਭਾਈ ਨੰਗੇ ਪੈਰੀ ਇੱਥੋਂ ਤੁਰ ਗਏ ਨੇ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰਕਸ਼ਨੀ ਸੁਪਨੇ ਜਿਉ ਸੰਸਾਰ। ਜੇ ਤੁਸੀਂ ਸਰੀਰ ਨੂੰ ਸਫਲ ਕਰਨਾ ਚਾਹੁੰਦੇ ਹੋ, ਫਿਰ ਗੁਰੂ ਦੀ ਸਿੱਖੀ ਧਾਰਨ ਕਰੋ, ਬਾਣੀ ਦੀ ਰਹਿਤ ਨੂੰ ਅਪਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਹੀਂ ਤੇ ਲੱਖਾਂ ਕਰੋੜਾਂ ਦੇ ਮਾਲਕ ਵੀ ਨੰਗੇ ਪੈਰੀ ਇੱਥੋਂ ਚਲੇ ਗਏ ਹਨ। ਕਬੀਰ ਇਹੋ ਤਨ ਜਾਏਗਾ, ਕਵਨੈ ਮਾਰਗ ਲਾਏ। ਲੋ ਭਗਤ ਕਬੀਰ ਜੀ ਦੇ ਪਾਸ ਪ੍ਰੇਮੀਆਂ ਨੇ ਸਵਾਲ ਕੀਤਾ, ਕਬੀਰ ਭਗਤ ਜੀ ਤੁਸੀਂ ਇਹ ਗੱਲ ਆਖੀ ਹੈ ਵੀ ਇਹ ਸਰੀਰ ਤਾਂ ਚਲਿਆ ਜਾਵੇਗਾ, ਫਿਰ ਇਹਦੀ ਸਫਲਤਾ ਕਿਵੇਂ ਹੋ ਸਕਦੀ ਹੈ? ਕਵਨੈ ਮਾਰਗ ਲਾਏ, ਇਹਨੂੰ ਕਿਹੜੇ ਰਸਤੇ ਤੋਰਨਾ ਚਾਹੀਦਾ ਹੈ? ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ। ਭਗਤ ਜੀ ਅੱਗੇ ਉਸ ਦਾ ਜਵਾਬ ਦਿੰਦੇ ਨੇ, ਇਹ ਜਿਗਿਆਸੂਆਂ ਵੱਲੋਂ ਪ੍ਰਸ਼ਨ ਸੀ, ਮਹਾਰਾਜ ਤੁਸੀਂ ਆਖਿਆ ਸੀ ਸਰੀਰ ਨੇ ਤੇ ਇੱਕ ਦਿਨ ਜਾਣਾ ਹੀ ਜਾਣਾ ਹੈ, ਪਰ ਇਸ ਨੂੰ ਸਫਲ ਕਰਨ ਦੇ ਲਈ ਕਿਹੜੇ ਰਸਤੇ ਪਾਈਏ? ਤਾਂ ਭਗਤ ਜੀ ਕਹਿੰਦੇ ਨੇ, ਕਹਿ ਸੰਗਤ ਕਰ ਸਾਧ ਕੀ, ਬਈ ਜਾਂ ਤੇ ਪੂਰਨ ਗੁਰਮੁਖਾਂ ਦੀ ਮਹਾਂਪੁਰਖਾਂ ਦੀ ਸੰਗਤ ਕਰੋ। ਮਹਾਂਪੁਰਖਾਂ ਦੀ ਸੰਗਤ ਬੇੜੀ ਵਾਂਗ ਹੁੰਦੀ ਹੈ, ਉਹ ਆਪ ਵੀ ਤਰ ਜਾਂਦੇ ਨੇ, ਦੂਜਿਆਂ ਨੂੰ ਵੀ ਤਾਰ ਦਿੰਦੇ ਨੇ। ਕਹਿ ਹਰ ਕੇ ਗੁਣ ਗਾਏ, ਤੇ ਕਹਿ ਦਾ ਅਰਥ ਹੈ ਜਾਂ ਭਾਈ ਵਾਹਿਗੁਰੂ ਦੇ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਵਾਹਿਗੁਰੂ ਦਾ ਕੀਰਤਨ ਕਰਕੇ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਕਿਉਂ? ਸਤਿਗੁਰੂ ਦੇ ਬਚਨ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖਿਕਾ ਲਹਿਣਾ। ਕੀਰਤਨ ਦੇ ਨਾਲ ਵੀ
ਤਨ ਤੇ ਮਨ ਦੀ ਸ਼ੁੱਧੀ ਹੁੰਦੀ ਹੈ ਤੇ ਇਕਾਗਰਤਾ ਹੁੰਦੀ ਹੈ। ਇਸ ਲਈ ਜਾਂ ਤੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੋ ਤੇ ਜਾਂ ਵਾਹਿਗੁਰੂ ਦੇ ਗੁਣ ਗਾਵੋ। ਬਸ ਇਸੇ ਨਾਲ ਹੀ ਸਾਡੇ ਸਰੀਰ ਦੀ ਸਫਲਤਾ ਹੋਣੀ ਹੈ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ। ਲੋਕ ਕਬੀਰ ਭਗਤ ਜੀ ਕਹਿੰਦੇ ਨੇ, ਜਦੋਂ ਮਨੁੱਖ ਜ਼ਿੰਦਗੀ ਤੋਂ ਆਵਾਜ਼ਾਰ ਹੋ ਜਾਂਦਾ ਹੈ ਫਿਰ ਮਨ ਦੇ ਵਿੱਚ ਇਹਦੇ ਇੱਕ ਖਿਆਲ ਆਉਂਦਾ ਵੀ ਇਸ ਦੇ ਨਾਲੋਂ ਤੇ ਮਰਨਾ ਹੀ ਚੰਗਾ। ਅਤੇ ਮਰਨ ਦੇ ਵਾਸਤੇ ਵੀ ਵੱਖੋ ਵੱਖਰੇ ਤਰੀਕੇ ਮਨੁੱਖ ਅਖਤਿਆਰ ਕਰਦਾ। ਕਈ ਵਾਰੀ ਸਪਰੇਅ ਪੀ ਲੈਂਦਾ ਹੈ, ਕਈ ਵਾਰੀ ਸਲਫਾਸ ਦੀਆਂ ਗੋਲੀਆਂ ਹੀ ਖਾ ਲੈਂਦਾ, ਕੋਈ ਨਹਿਰ ਵਿੱਚ ਜਾ ਕੇ ਛਾਲ ਮਾਰ ਦਿੰਦਾ, ਕੋਈ ਜ਼ਹਿਰ ਖਾ ਲੈਂਦਾ, ਕੋਈ ਬੱਸ ਮੂਹਰੇ ਟ੍ਰੇਨ ਦੇ ਮੂਹਰੇ ਡਿੱਗ ਕੇ ਉਹ ਇਸ ਤਰ੍ਹਾਂ ਆਪਣੇ ਜੀਵਨ ਦਾ ਅੰਤ ਕਰ ਲੈਂਦਾ ਹੈ। ਪਰ ਇਹ ਸਾਰੇ ਤਰੀਕੇ ਗਲਤ ਨੇ। ਖੁਦਕਸ਼ੀ ਕਰਨੀ, ਸੁਸਾਈਡ ਕਰਨਾ ਸਿੱਖੀ ਵਿੱਚ ਵਿਵਰਜਿਤ ਹੈ। ਆਤਮ ਘਾਤੀ ਜਗਤ ਕਸਾਈ, ਜਿਹੜਾ ਮਨੁੱਖ ਆਪਣੇ ਆਪ ਨੂੰ ਮਾਰਦਾ ਹੈ ਉਹ ਤੇ ਸਾਰੇ ਜਗਤ ਦਾ ਕਸਾਈ ਬਣ ਜਾਂਦਾ। ਸਾਰੀ ਦੁਨੀਆ ਨੂੰ ਮਾਰਨ ਦਾ ਪਾਪ ਉਹਦੇ ਸਿਰ ਚੜ੍ਹਦਾ। ਕਿਉਂ? ਜੀਵਨ ਬੜਾ ਅਮੋਲਕ ਹੈ, ਇਹਨੂੰ ਵਿਅਰਥ ਗਵਾ ਲੈਣਾ ਇਹ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਠੀਕ ਹੈ, ਦੁਨੀਆ ਦੇ ਵਿੱਚ ਕਈ ਸਮੱਸਿਆਵਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਤੰਗ ਆ ਕੇ ਮਨੁੱਖ ਇੱਕ ਕਦਮ ਪੁੱਟਦਾ ਹੈ। ਉਹਨਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਚੰਗਾ ਹੱਲ ਵੀ ਲੱਭਿਆ ਜਾ ਸਕਦਾ ਹੈ। ਜ਼ਿੰਦਗੀ ਤੇ ਹੈ ਹੀ ਸੰਘਰਸ਼। ਇਹਦੇ ਵਿੱਚ ਸਾਨੂੰ ਸੂਰਬੀਰਤਾ ਦੇ ਨਾਲ ਜੂਝਣਾ ਚਾਹੀਦਾ ਹੈ, ਨਾ ਕਿ ਕਹਿਰਾਂ ਵਾਲੀ ਮੌਤ ਮਰ ਕੇ ਕੀਮਤੀ ਜਾਨ ਗਵਾਉਣੀ ਚਾਹੀਦੀ ਹੈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਮਰਦਾ ਮਰਦਾ ਸੰਸਾਰ ਹੀ ਮਰ ਗਿਆ, ਮਰ ਪੀ ਨਾ ਜਾਣਿਆ ਕੋਏ। ਪਰ ਸਹੀ ਅਰਥਾਂ ਵਿੱਚ ਕਿਵੇਂ ਮਰਿਆ ਜਾਂਦਾ ਹੈ ਅਤੇ ਸਫਲ ਮਰਨਾ ਕਿਹੜਾ ਹੈ, ਇਹਦੇ ਬਾਰੇ ਕਿਸੇ ਨੇ ਬਹੁਤ ਘੱਟ ਹੀ ਜਾਣਿਆ ਹੈ। ਐਸੇ ਮਰਨੇ ਜੋ ਮਰੈ, ਬਹੁਰ ਨਾ ਮਰਨਾ ਹੋਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜੇ ਭਾਈ ਮਰਨਾ ਤੇ ਇੱਕ ਦਿਨ ਹੈ ਹੀ, ਮਰਨਾ ਮੁੱਲਾ ਮਰਨਾ ਪੀਕਰ ਤਾਰੋਂ ਡਰਨਾ। ਫਿਰ ਜੇ ਮਰਨਾ ਤੇ ਇਹੋ ਜਿਹੀ ਮੌਤ ਮਰੋ। ਐਸੇ ਮਰਨੇ ਜੋ ਮਰੈ, ਜਿਹੜਾ ਇਹੋ ਜਿਹੀ ਮੌਤ ਮਰਦਾ ਹੈ ਜਿਸ ਦੇ ਬਾਰੇ ਪਿੱਛੇ ਜ਼ਿਕਰ ਹੋਇਆ, ਸ਼ਾਸਤਰ ਦੀ ਮੌਤ ਤੇ ਸ਼ਬਦ ਦੀ ਮੌਤ। ਐਸੇ ਮਰਨੇ ਜੋ ਮਰੈ, ਜਿਹੜਾ ਜੰਗ ਦੇ ਵਿੱਚ ਜੂਝਦਾ ਹੋਇਆ ਸ਼ਹੀਦੀ ਪਾਉਂਦਾ ਹੈ ਅਤੇ ਜਾਂ ਸ਼ਬਦ ਦੇ ਨਾਲ, ਬਾਣੀ ਦੇ ਨਾਲ ਓਤ ਪੋਤ ਹੋ ਕੇ ਸਰੀਰ ਤਿਆਗਦਾ ਹੈ, ਫਿਰ ਦੁਬਾਰਾ ਮੁੜ ਕੇ ਉਸ ਨੂੰ ਮਰਨਾ ਨਹੀਂ ਪੈਂਦਾ। ਕਲਗੀਧਰ ਪਾਤਸ਼ਾਹ ਨੇ ਸ਼ਸਤਰਧਾਰੀ ਸਿੰਘਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬਚਨ ਕਹੇ ਸਨ, ਖਾਲਸਾ ਜੀ ਤੁਹਾਡੇ ਦੋਵਾਂ ਹੱਥਾਂ ਵਿੱਚ ਲੱਡੂ ਨੇ, ਅਸੀਂ ਤੁਹਾਨੂੰ ਭਗਤੀ ਸ਼ਕਤੀ ਦੇ ਮਾਲਕ ਬਣਾਇਆ। ਖਾਲਸਾ ਜੀ ਤੁਸੀਂ ਸੰਤ ਸਿਪਾਹੀ ਹੋ। ਸੰਤ ਦਾ ਕੰਮ ਹੈ ਵਾਹਿਗੁਰੂ ਦਾ ਨਾਮ ਜਪਣਾ, ਸਿਪਾਹੀ ਦਾ ਕੰਮ ਹੁੰਦਾ ਜ਼ੁਲਮ ਦਾ ਨਾਸ਼ ਕਰਨਾ। ਤੁਸੀਂ ਨਾਮ ਵੀ ਜਪਣਾ ਹੈ ਅਤੇ ਜ਼ੁਲਮ ਦਾ ਨਾਸ਼ ਵੀ ਕਰਨਾ। ਤਨ ਜੀਓ ਤਿਹ ਕੋ ਜਗ ਮੈਂ, ਮੁਕਤੇ ਹਰ ਚਿਤ ਮੈਂ ਜੁਧ ਵਿਚਾਰੈ। ਜੇ ਤੁਸੀਂ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਤੁਹਾਨੂੰ ਪਰਲੋਕ ਦਾ ਸੁੱਖ ਮਿਲੇਗਾ। ਸਕਾਮੀਆਂ ਨੂੰ ਸਵਰਗ ਮਿਲ ਜਾਂਦਾ ਹੈ ਅਤੇ ਨਿਸਕਾਮੀਆਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਅਤੇ ਜੇ ਤੁਸੀਂ ਜਿਉਂਦੇ ਰਹੇ ਫਿਰ ਤੁਹਾਡਾ ਦੁਨੀਆ ਵਿੱਚ ਜਸ ਹੋਵੇਗਾ, ਰਾਜ ਭਾਗ ਦੇ ਮਾਲਕ ਬਣ ਜਾਵੋਗੇ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ, ਧਰਮ ਯੁੱਧ ਦੀ ਪ੍ਰੇਰਣਾ ਦਿੱਤੀ। ਕਬੀਰ ਭਗਤ ਜੀ ਇੱਥੇ ਫਰਮਾਉਂਦੇ ਨੇ, ਭਾਈ ਜੇ ਮਰਨਾ ਹੈ ਤੇ ਐਸੀ ਮੌਤ ਮਰੋ ਜਿਸ ਕਰਕੇ ਦੁਬਾਰਾ ਫਿਰ ਮਰਨਾ ਨਾ ਪਵੇ। ਐਸੇ ਮਰੋ ਜੇ ਬਹੁਰ ਨਾ ਮਰਨਾ। ਸ਼ਬਦ ਦੀ ਮੌਤ ਮਰੋ, ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਮਰੋ ਅਤੇ ਇਹ ਤੁਹਾਡਾ ਮਰਨਾ ਸਫਲ ਹੈ, ਜਿਸ ਕਰਕੇ ਦੁਬਾਰਾ ਮੁੜ ਕੇ ਤੁਹਾਨੂੰ ਮੌਤ ਨਹੀਂ ਨਸੀਬ ਹੋਵੇਗੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਲੋ ਭਗਤ ਕਬੀਰ ਜੀ ਇੱਕ ਭੁਲੇਖਾ ਸਾਡਾ ਹੋਰ ਦੂਰ ਕਰਦੇ ਨੇ। ਬਹੁਤ ਸਾਰੇ ਲੋਕ ਜਦੋਂ ਉਹਨਾਂ ਨੂੰ ਕਹੀਦਾ ਭਾਈ ਤੁਸੀਂ ਅੰਮ੍ਰਿਤ ਛਕ ਲਵੋ, ਸੇਵਾ ਸਿਮਰਨ ਕਰੋ, ਵਾਹਿਗੁਰੂ ਦੀ ਭਗਤੀ ਕਰੋ,
ਉਹ ਕਹਿੰਦੇ ਨੇ ਬਥੇਰੀ ਉਮਰ ਪਈ ਹੈ। ਅਤੇ ਕਈ ਤਾਂ ਇਹ ਵੀ ਕਹਿ ਦਿੰਦੇ ਨੇ ਅਗਲੇ ਜਨਮ ਦੇ ਵਿੱਚ ਹੀ ਅਸੀਂ ਅੰਮ੍ਰਿਤ ਛਕ ਲਵਾਂਗੇ, ਅਗਲੇ ਜਨਮ ਦੇ ਵਿੱਚ ਹੀ ਭਗਤੀ ਕਰਾਂਗੇ। ਪਰ ਇਹ ਕੋਈ ਜ਼ਰੂਰੀ ਨਹੀਂ ਵੀ ਇਸ ਸਰੀਰ ਨੂੰ ਛੱਡ ਕੇ ਦੁਬਾਰਾ ਸਾਨੂੰ ਮਨੁੱਖਾ ਸਰੀਰ ਹੀ ਮਿਲੇ। ਹੋਰ ਜੂਨਾਂ ਵਿੱਚ ਵੀ ਜਾ ਸਕਦੇ ਹਾਂ। ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੋ ਰੰਗਾ। ਹੋਰ ਜੂਨਾਂ ਦੀ ਭਟਕਣ ਦੀ ਥਾਂ 'ਤੇ ਇਸੇ ਜਨਮ ਦੇ ਵਿੱਚ ਸਾਨੂੰ ਭਗਤੀ ਕਰਕੇ ਜੀਵਨ ਸਫਲਾ ਕਰਨਾ ਚਾਹੀਦਾ। ਕਬੀਰ ਮਾਨਸ ਜਨਮ ਦੁਲੰਭ ਹੈ। ਭਗਤ ਕਬੀਰ ਜੀ ਕਹਿੰਦੇ ਨੇ ਮਨੁੱਖਾ ਜਨਮ ਬਹੁਤ ਮੁਸ਼ਕਲ ਦੇ ਨਾਲ ਲੱਭਿਆ ਹੈ, ਇਹ ਬੜਾ ਦੁਰਲੱਭ ਹੈ। ਹੋਏ ਨਾ ਬਾਰੈ ਬਾਰ, ਇਹ ਪਾਈ ਬਾਰ ਬਾਰ ਨਹੀਂ ਮਿਲਣਾ। ਇਹ ਮਤ ਸੋਚੋ ਬਈ ਇਸ ਜਨਮ ਦੇ ਵਿੱਚ ਨਹੀਂ, ਅਗਲੇ ਜਨਮ ਦੇ ਵਿੱਚ ਭਗਤੀ ਕਰ ਲਵਾਂਗੇ। ਅਤੇ ਜੇ ਅਗਲਾ ਜਨਮ ਹੀ ਪਸ਼ੂ ਦਾ ਮਿਲ ਗਿਆ ਫਿਰ ਭਗਤੀ ਕਿਵੇਂ ਕਰਾਂਗੇ। ਇੱਕ ਇਹੋ ਜਿਹਾ ਪਖੰਡੀ ਭਗਤ ਕਬੀਰ ਜੀ ਨੂੰ ਕਹਿਣ ਲੱਗਾ, ਭਗਤ ਜੀ ਅਗਲੇ ਜਨਮ ਦੇ ਵਿੱਚ ਭਗਤੀ ਕਰ ਲਵਾਂਗੇ। ਭਗਤ ਜੀ ਕਹਿੰਦੇ ਤੈਨੂੰ ਪਤਾ ਅਗਲਾ ਜਨਮ ਕਿਹੜਾ ਮਿਲਣਾ? ਕਹਿੰਦਾ ਦੱਸੋ। ਕਹਿੰਦੇ ਬਲਦ ਬਣਨਾ ਪੈਣਾ। ਤੇਰੀ ਕਿਹੋ ਜਿਹੀ ਹਾਲਤ ਹੋਵੇਗੀ? ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠਿੰਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਜਦੋਂ ਬੈਲ ਬਰਾਨੇ ਹੋਈ ਹੈ, ਜਦੋਂ ਪਰਾਏ ਵਸ ਬਲਦ ਬਣ ਕੇ ਪੈ ਗਿਆ, ਉਹਨੇ ਆਰਾਂ ਲਾ ਲਾ ਕੇ ਸੋਟੀਆਂ ਨਾਲ ਪ੍ਰਾਣੀਆਂ ਦੇ ਨਾਲ ਕੁੱਟ-ਕੁੱਟ ਕੇ ਤੇਰੇ ਕੋਲੋਂ ਕੰਮ ਲੈਣੇ। ਉਸ ਵੇਲੇ ਨਾਮ ਜਪੇਗਾ। ਜੇ ਹੁਣ ਜਪ ਲਵੇਂ ਉਹ ਚੰਗਾ ਨਹੀਂ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਮਨੁੱਖਾ ਜਨ ਬੜਾ ਮੁਸ਼ਕਲ ਦੇ ਨਾਲ ਲੱਭਿਆ ਹੈ, ਇਹ ਬਾਰ-ਬਾਰ ਨਸੀਬ ਨਹੀਂ ਹੋਣਾ। ਜਿਉ ਬਨ ਫਲ ਪਾਕੇ ਪੋਏ ਗਿਰਹਿ, ਬਹੁਰ ਨਾ ਲਾਗਹਿ ਡਾਰ। ਭਗਤ ਕਬੀਰ ਜੀ ਬਹੁਤ ਸੋਹਣੀ ਉਦਾਹਰਣ ਦਿੰਦੇ ਹਨ। ਜਿਉਂ ਬਨ ਫਲ ਪਾ ਕੇ ਪੋਏ ਗਿਰਿਆ, ਜਿਵੇਂ ਬਹੁਤ ਸਾਰੇ ਬਣ ਦੇ ਫਲ ਪੱਕ ਕੇ ਧਰਤੀ ਉੱਤੇ ਡਿੱਗ ਪੈਂਦੇ ਨੇ। ਇਹ ਕੁਦਰਤ ਦਾ ਅਸੂਲ ਹੈ। ਜਿਵੇਂ ਜਿਵੇਂ ਕੋਈ ਬਿਰਛ ਨੂੰ ਫਲ ਲੱਗਦਾ ਹੈ, ਜਿੰਨਾ ਚਿਰ ਕੱਚਾ ਹੁੰਦਾ ਹੈ ਉਹਦੀ ਪਕੜ ਗਹਿਰੀ ਹੁੰਦੀ ਹੈ। ਜਿਵੇਂ ਜਿਵੇਂ ਉਹਦੇ ਵਿੱਚ ਰਸ ਭਰਦਾ ਹੈ ਉਹ ਪਕੜ ਨੂੰ ਘਟਾਈ ਜਾਂਦਾ ਹੈ। ਜਦੋਂ ਫਲ ਪੱਕ ਜਾਂਦਾ ਹੈ, ਪੂਰਨ ਰਸ ਦੇ ਨਾਲ ਭਰ ਜਾਂਦਾ ਹੈ, ਫਿਰ ਉਸ ਟਾਹਣੀ ਨੂੰ ਛੱਡ ਕੇ ਟੁੱਟ ਕੇ ਹੇਠਾਂ ਡਿੱਗ ਪੈਂਦਾ। ਇਹ ਪ੍ਰਕਿਰਤੀ ਦਾ ਅਸੂਲ ਹੈ, ਕੁਦਰਤ ਦਾ ਅਸੂਲ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ ਜੰਗਲ ਦੇ ਫਲ ਪੱਕ ਕੇ ਧਰਤੀ 'ਤੇ ਡਿੱਗ ਪੈਂਦੇ ਨੇ, ਬੋਹਰ ਨਾ ਲਾਗੇ ਡਾਰ। ਫਿਰ ਉਹਨਾਂ ਟਾਹਣੀਆਂ ਨੂੰ ਜਿੱਥੇ ਪਹਿਲਾਂ ਉਹ ਲੱਗੇ ਹੁੰਦੇ ਨੇ, ਫਿਰ ਉਹਨਾਂ ਟਾਹਣੀਆਂ ਨੂੰ ਨਹੀਂ ਲੱਗ ਸਕਦੇ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਆਹ ਜਿਹੜੀ ਮਨੁੱਖਾ ਦੇਹ ਸਾਨੂੰ ਪ੍ਰਾਪਤ ਹੋਈ ਹੈ, ਇਹ ਬੜੀ ਔਖੀ ਲੱਭੀ ਹੈ। 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਦੇ ਪ੍ਰਾਪਤ ਹੁੰਦੀ ਹੈ। 84 ਹੀ ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਠੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ ਹੈ। ਬਾਣੀ ਤੇ ਬਾਣੀ ਦੀ ਰਹਿਤ ਦੇ ਧਾਰਨੀ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ, ਇਸ ਤੋਂ ਬਿਨਾਂ ਨਹੀਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗਹਿ ਡਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।